ਸਵਾਗਤ ਹੈ ਜੀ ਤੁਹਾਡਾ ਮੁੜ ਤੋਂ ਰੇਡੀਓ ਵਰਸੈਂਜ਼ਡ 107 FM ਪ੍ਰੋਗਰਾਮ ਹੈ ਭਗਤ ਦੇ ਮਸਲੇ। ਅੱਜ 22 ਅਪ੍ਰੈਲ ਹੈ ਜੀ 2018 ਤੇ ਸ਼ਾਮ ਦੇ 4:15 ਹੋਏ। ਸਾਡੇ ਕੋਲ ਪੌਣਾ ਘੰਟਾ ਸਾਡੇ ਕੋਲ ਹੋ ਰਿਹਾ ਤੇ ਆਪਾਂ ਕੋਸ਼ਿਸ਼ ਕਰੀਏ ਪ੍ਰਭਦੀਪ ਵਾਲਾ ਪ੍ਰੋਗਰਾਮ ਜਿਹੜਾ ਵੱਧ ਤੋਂ ਵੱਧ ਉਹ ਤੁਹਾਡੇ ਨਾਲ ਡਿਸਕਸ ਕਰ ਲਈਏ। ਹਾਂਜੀ, ਜੇ ਭਾਰਤ ਦੇ ਕਿਸੇ ਵਸਨੀਕ ਨੇ ਇਹ ਸਵਾਲ ਪੈਦਾ ਕੀਤਾ ਹੁੰਦਾ ਹੈ ਸਾਪੂ ਬਣਾਏ ਰੱਬ ਤੇ ਵੀ ਰਾਧੇ ਕ੍ਰਿਸ਼ਨਾ ਕਿਉਂ, ਵਾਹਿ ਰਾਧੇ ਕ੍ਰਿਸ਼ਨਾ, ਰੁਕਮਣੀ ਕ੍ਰਿਸ਼ਨਾ ਕਿਉਂ ਨਹੀਂ, ਰੁਕਮਣੀ ਕ੍ਰਿਸ਼ਨਾ ਕਿਉਂ ਨਹੀਂ, ਰਾਧੇ ਕ੍ਰਿਸ਼ਨਾ ਕਿਉਂ। ਲੈ ਲਓ ਭਾਈ, ਆਸਫਾ ਦੇ ਜਿਹੜਾ ਬਲਾਤਕਾਰ ਹੋਇਆ ਨਾ ਉਹਦਾ ਕਾਰਨ ਆਇਆ ਵੀ ਰਾਧੇ ਕ੍ਰਿਸ਼ਨਾ ਕਹਿੰਦੇ ਆ ਹਨਾ, ਰੁਕਮਣੀ ਕ੍ਰਿਸ਼ਨਾ ਨਹੀਂ ਕਹਿੰਦੇ। ਆਪਣੀ ਘਰਵਾਲੀ ਕਿਉਂ ਨਹੀਂ, ਕਿਉਂ ਰਾਧੇ ਕ੍ਰਿਸ਼ਨਾ। ਬਾਣੀ ਦਾ ਫੈਸਲਾ ਹੈ, ਜੁਜ ਮੈਂ ਯੋਰ ਸ਼ਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ। ਜੋਰ ਨਾਲ ਚੰਦਰਾਵਲ ਨੂੰ ਛਲ ਲਿਆ। ਬਾਣੀ ਕਹਿੰਦੀ ਹੈ ਕਾਨ ਕ੍ਰਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲੈ ਆਇਆ, ਵਿੰਦਰਾਵਨ ਮੈਂ ਰੰਗ ਕੀਆ। ਵੀ ਪਾਰ ਜਾਤ ਰੁੱਖ ਲੈ ਆਂਦਾ, ਮੈਥੋਲੋਜੀ ਜਿਹੜੀ ਉਸ ਮੈਥੋਲੋਜੀ ਨੂੰ ਆਧਾਰ ਬਣਾ ਕੇ ਅਵਤਾਰਵਾਦ ਦਾ ਖੰਡਨ ਕੀਤਾ ਗੁਰੂ ਸਾਹਿਬ ਨੇ ਵੀ ਤੂੰ ਪਾਰ ਜਾਤ ਰੁੱਖ ਲੈ ਆਂਦਾ। ਇੰਦਰ ਦੇ ਉਹਨਾਂ 5 ਰੁੱਖਾਂ ਚੋਂ ਚੱਕ ਕੇ ਇੱਕ ਰੁੱਖ ਲੈ ਆਂਦਾ ਤੇ ਬਿੰਦਰਾਵਨ ਦੇ ਵਿੱਚ ਰੰਗ ਕੀਤਾ ਆਣ ਕੇ। ਜਦੋਂ ਰੰਗ ਕਰਨ ਵਾਲੇ ਰੱਬ ਪੈਦਾ ਕਰ ਦਿਆਂਗੇ ਅਸੀਂ, ਜਦੋਂ ਐਸੇ ਰੰਗ ਰਲੀਆਂ ਮਨਾਉਣ ਵਾਲੇ ਰੱਬ ਘੋਸ਼ਿਤ ਕਰਾਂਗੇ ਤੇ ਉੱਥੋਂ ਦੇ ਜਨਾਂ ਦੀ ਮਾਨਸਿਕਤਾ ਕੀ ਹੋਏਗੀ, ਉੱਥੋਂ ਦੇ ਫਾਲੋਅਰਸ ਦੀ, ਐਸੇ ਰੱਬਾਂ ਨੂੰ ਫਾਲੋ ਕਰਨ ਵਾਲਿਆਂ ਦੀ ਮਾਨਸਿਕਤਾ ਕੀ ਹੋਏਗੀ। ਇਹ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਆਸਿਫਾ ਦੇ ਰੇਪ ਕੇਸ ਤੇ ਉਹਨੂੰ ਪਰਦਾ ਪਾਉਣ ਵਾਸਤੇ ਰਾਮ ਦੇ ਨਾਅਰੇ ਲੱਗਣੇ, ਇਹ ਰਾਮ ਦੇ ਕਰੈਕਟਰ ਨੂੰ ਘੋਸ਼ਿਤ ਕਰਦੇ ਨੇ। ਪ੍ਰਭ ਤੇ ਜਨ ਜਨੀਜੈ ਜਨ ਤੇ ਸੁਆਮੀ। ਬਾਣੀ ਦਾ ਫੈਸਲਾ ਹੈ ਵੀ ਪ੍ਰਭ ਤੋਂ ਜਨ ਦਾ ਪਤਾ ਲੱਗਦਾ ਹੈ ਤੇ ਜਨ ਤੋਂ ਉਹਦੇ ਸੁਆਮੀ ਦਾ ਪਤਾ ਲੱਗਦਾ ਹੈ। ਪ੍ਰਭ ਤੇ ਜਨ ਜਨੀਜੈ ਜਨ ਤੇ ਸੁਆਮੀ, ਵੀ ਪ੍ਰਭ ਤੋਂ ਜਨ ਤੇ ਜਨ ਤੋਂ ਸੁਆਮੀ। ਜਦੋਂ ਰਾਮ ਦਾ ਨਾਅਰਾ ਲੱਗਾ ਹੋਏਗਾ, ਉਹ ਨਾਅਰੇ ਪਿੱਛੇ 16,500 ਇਸਤਰੀਆਂ ਖੜੀਆਂ ਨੇ। ਉਸ ਨਾਅਰੇ ਪਿੱਛੇ ਰਾਧਾ ਖੜੀ ਹੈ, ਰੁਕਮਣੀ ਨਹੀਂ। ਜੇ ਕਿਤੇ ਰੁਕਮਣੀ ਕ੍ਰਿਸ਼ਨਾ ਕਿਹਾ ਹੁੰਦਾ ਤੇ ਅੱਜ ਰਾਧਾ ਵਰਗੀਆਂ ਦੀ ਪੱਤ ਨਾ ਲੁੱਟੀ ਜਾਂਦੀ, ਅੱਜ ਚੰਦਰਾਵਲ ਵਰਗੀਆਂ ਦੀ ਪੱਤ ਨਾ ਲੁੱਟੀ ਜਾਂਦੀ। ਬ੍ਰਹਮੇ ਦੀ ਗੱਲ ਕਰਦੇ ਹਾਂ, ਜਿਹੜਾ ਸ੍ਰਿਸ਼ਟੀ ਦਾ ਕਰਤਾ ਇਹਨਾਂ ਨੇ ਪੈਦਾ ਕਰ ਦਿੱਤਾ। ਕੀ ਕੀਤਾ ਉਹਨੇ, ਕਿਉਂ ਉਹਦੇ 3 ਜਿਹੜੇ 4 ਮੁਖ ਬਣਾ ਦਿੱਤੇ ਉਹਨੇ। ਆਪਣੀ ਬੱਚੀ ਤੇ ਮੋਹਿਤ ਹੋ ਗਿਆ। ਇਹ ਸੀ ਬ੍ਰਹਮਾ, ਇਹ ਸੀ ਸ੍ਰਿਸ਼ਟੀ ਦਾ ਕਰਤਾ। ਜਿਸ ਸੰਸਕ੍ਰਿਤੀ ਦੇ ਵਿੱਚ ਸ੍ਰਿਸ਼ਟੀ ਦਾ ਕਰਤਾ ਰੱਬ ਇਦਾਂ ਦਾ ਹੋਏਗਾ, ਉਹਨਾਂ ਦੇ ਫਾਲੋਅਰਸ ਜਿਹੜੇ ਨੇ ਉਸ ਸੰਸਕ੍ਰਿਤੀ ਦੇ ਫਾਲੋਅਰਸ ਕਿੱਦਾਂ ਦੇ ਹੋਣਗੇ। ਇੰਦਰ, ਜਦੋਂ ਤੁਸੀਂ ਇੰਦਰ ਦੀ ਗੱਲ ਕਰਦੇ ਜੇ, ਗੌਤਮ ਤਪਾ ਅਹਿਲਿਆ ਇਸਤਰੀ, ਤਿਸ ਵੇਖ ਇੰਦਰ ਲੁਭਾਇਆ, ਤਿਸ ਦੇਖ ਇੰਦਰ ਲੁਭਾਇਆ। ਇੰਦਰ ਲੁਭਾਇਆ ਗਿਆ, ਦੇਵਤਾ ਸੀ ਵੀ ਗੌਤਮ ਰਿਸ਼ੀ ਦੀ ਇਸਤਰੀ ਨੂੰ ਵੇਖ ਕੇ ਲੁਭਾਇਆ ਗਿਆ। ਜਦੋਂ ਦੇਵਤੇ ਲੁਭਾਏ ਜਾਣਗੇ, ਜਿਨ੍ਹਾਂ ਨੂੰ ਦੇਵੀ ਦੇਖੋ ਗੁਰਬਾਣੀ ਮਨੁੱਖ ਮੰਨਿਆ ਹੋਏਗਾ, ਜਿਨ੍ਹਾਂ ਨੂੰ ਦੇਵਤੇ ਮੰਨਿਆ ਹੋਏਗਾ, ਤੇ ਫਿਰ ਆਮ ਬੰਦੇ ਦਾ ਕੀ ਹਾਲ ਹੋਏਗਾ, ਉਹਨਾਂ ਨੂੰ ਮੰਨਣ ਵਾਲਿਆਂ ਦਾ ਕੀ ਹਾਲ ਹੋਏਗਾ। ਫਿਰ 8 ਸਾਲ ਦੀ ਬੱਚੀ ਦਾ ਰੇਪ ਜਸਟੀਫਾਈ ਕਿਉਂ ਨਹੀਂ ਹੋਏਗਾ, ਕਿਉਂਕਿ ਦੇਵਤੇ ਲੁਭਾਏ ਗਏ। ਤਿਸ ਦੇਖ ਇੰਦਰ ਲੁਭਾਇਆ, ਪਾਰ ਜਾਤ ਸਹਿਸ ਸਰੀਰ ਚਹਿਨ ਭਗ ਹੋਏ, ਕੋਈ ਜਾਨ ਨਾ ਭੁੱਲੇ ਪਾਈ। ਵੀ ਜਦੋਂ ਇੰਦਰ ਹੀ ਲੁਭਾਇਆ ਗਿਆ, ਤੁਸੀਂ ਆਮ ਜਨ ਦਾ, ਆਮ ਫਾਲੋਅਰ ਦੀ ਕੀ ਗੱਲ ਕਰੋਗੇ। ਜਦੋਂ ਲਿਟਰੇਚਰ ਐਸਾ ਹੋਏਗਾ ਤੇ ਕਿਸ ਸਮਾਜ ਦੀ ਘਾਟ ਕਰੋਗੇ। ਅੱਜ ਜੋ ਵੀ ਰਾਮ ਦੇ ਨਾਅਰੇ ਲੱਗਣੇ, ਅੱਜ ਮੱਥੇ ਤੇ ਟਿੱਕੇ ਲੱਗਣੇ, ਅੱਜ ਉਹਨਾਂ ਨੂੰ ਦੋਸ਼ੀਆਂ ਨੂੰ ਬਚਾਉਣ ਦੇ ਮਗਰ ਇਹ ਸੰਸਕ੍ਰਿਤੀ ਖੜੀ,
ਇਹਦੀ ਪੈੜ ਦੱਬਣੀ ਪਏਗੀ। ਜਦੋਂ ਗੁਰੂ ਸਾਹਿਬ ਕਹਿੰਦੇ ਨਾ ਹਿੰਦੂ ਅੰਨਾ ਤੁਰਕੂ ਕਾਣਾ, ਗੁਰਬਾਣੀ ਕਹਿੰਦੀ ਹੈ ਜਦੋਂ ਹਿੰਦੂ ਅੰਨਾ ਤੁਰਕੂ ਕਾਣਾ, ਬੜਾ ਡੂੰਘਾ ਭੇਦ ਹੈ। ਅੰਨਾ ਹੈ, ਕੈਨਟ ਸੀ ਐਟ ਆਲ, ਦੇਖ ਨਹੀਂ ਸਕਦਾ। ਤੁਰਕੂ ਕਾਣਾ, ਕਾਣਾ ਕਿਉਂ ਵੀ ਇੱਕ ਅੱਖ ਹੈ, ਕੁਝ ਦੀਦਾ ਵਾ, ਪਰ ਖੜ ਗਿਆ ਕਿੱਥੇ ਜਾ ਕੇ। ਜਿਨ੍ਹਾਂ ਨੇ ਨਾ ਲਾਈਵ ਸੁਣਿਆ ਪ੍ਰਭਦੀਪ ਦਾ ਬੋਲਦਾ ਵੀ ਦੇਖਿਆ ਆ, ਹਾਂਜੀ, ਉਹ ਦੁੱਗਣਾ ਤਿੱਗਣਾ ਨਜ਼ਾਰਾ ਲੈਂਦੇ ਆ ਜਾਣੀ। ਅੱਛਾ ਇਹਦੇ ਹਾਂ ਏਦਾਂ ਤੁਸੀਂ ਇੱਥੋਂ ਤੱਕ ਕੁਝ ਨਹੀਂ ਅੰਦਾਜ਼ਾ ਲਾ ਸਕਦੇ ਵੀ ਐਡੇ ਜੱਬਲ ਬੰਦੇ ਜਾਣੀ ਇਸ ਤਰੀਕੇ ਨਾਲ ਸਾਡੇ ਸਿਰਾਂ ਦੇ ਉੱਤੇ ਬੈਠੇ ਆ। ਹੱਦ ਹੋ ਗਈ ਜਾਣੀ। ਸਾਡੇ ਨਾਲ ਇੱਕ ਸਰੋਤੇ ਆ, ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਨਹੀਂ, ਸਤਿ ਸ੍ਰੀ ਅਕਾਲ ਵੀ ਠੀਕ ਹੈ ਜੀ। ਠੀਕ ਹੈ, ਹਾਂਜੀ ਕਰੋ, ਤੁਸੀਂ ਗੱਲ ਕਰੋ। ਹਾਂਜੀ, ਮੈਂ ਤਾਂ ਜੀ ਪਹਿਲੀ ਵਾਰ ਤੁਹਾਨੂੰ ਫੋਨ ਲਾਇਆ ਜੀ। ਮੈਨੂੰ ਬਹੁਤ ਸਾਲ ਹੋ ਗਏ, ਮੈਂ ਸਾਊਦੀ ਅਰਬ ਚ ਸੀਗਾ ਜੀ ਤੁਹਾਡਾ ਰੇਡੀਓ ਸੁਣਦਾ। ਹਾਂਜੀ, ਮੈਂ ਦੱਸਣਾ ਚਾਹੁੰਦਾ ਜਿਹੜੇ ਆਪਣਾ ਇਹ ਵੀਰ ਧਰਮ ਦਾ ਪ੍ਰਚਾਰ ਕਰ ਰਹੇ ਤੇ ਹੁਣੇ ਤੁਸੀਂ ਸੁਣਾ ਰਹੇ ਤੇ ਜੀ ਇਹਨਾਂ ਨੂੰ, ਹਾਂਜੀ, ਜਿੰਨਾ ਜ਼ੋਰ ਇਹ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਨੂੰ ਇਹ ਨਿੰਦਣ ਤੇ ਲੱਗੇ ਹੋਏ ਆ ਜੀ, ਇੰਨਾ ਜ਼ੋਰ ਜੇ ਆਪਣੇ ਧਰਮ ਦੀ, ਆਪਣੇ ਗੁਰੂ ਸਾਹਿਬ ਦੀ ਵਿਆਖਿਆ ਕਰਕੇ ਸਹੀ ਸ਼ਬਦਾਂ 'ਚ ਪ੍ਰਚਾਰ ਕਰਨ ਤਾਂ ਉਹ ਜ਼ਿਆਦਾ ਵਧੀਆ ਨਹੀਂ ਹੋਊਗਾ ਜੀ। ਉਹ ਵੀ ਆ, ਨਾਲੇ ਉਹਦੇ ਨਾਲੋਂ ਜ਼ਿਆਦਾ ਗੰਦ ਤਾਂ ਟਕਸਾਲੀਆਂ ਨੇ ਪਾਇਆ ਆ। ਉਹਦੇ ਬਾਰੇ ਇਹ ਰਾਮ ਬਾਰੇ ਤਾਂ ਚੱਲ ਗਿਆ, ਗੁਰਬਚਨ ਸਿੰਘ ਭਿੰਡਰਾਂ ਵਾਲੇ ਨੇ ਜਿਹੜਾ ਕਿਤਾਬ ਵਿੱਚ ਗੰਦ ਪਾਇਆ ਉਹਦੇ ਬਾਰੇ ਕਿਉਂ ਨਹੀਂ ਬੋਲਦਾ? ਉਹੀ ਚੱਕਰ ਹੈ ਜੀ। ਮੈਂ ਦੱਸਦਾ ਜੀ ਤੁਹਾਨੂੰ, ਕੱਲ ਮੈਂ ਮੈਸੇਜ ਕੀਤੇ ਸੀਗੇ ਜੀ, ਮੈਂ ਕਨਫਰਮ ਕਰਨ ਲਈ ਵੀ ਤੁਹਾਡੇ ਰੇਡੀਓ ਦਾ ਆਪਣੇ ਨੰਬਰ ਹੈ ਜੀ। ਤੁਸੀਂ ਵੀ ਸ਼ਾਇਦ ਮੈਨੂੰ ਟਕਸਾਲੀ ਸਮਝਿਆ ਹੋਣਾ ਜਿਹੜਾ ਤੁਸੀਂ ਮੈਨੂੰ ਮੈਸੇਜ ਕੀਤਾ, ਪਰ ਮੈਂ ਤਾਂ ਜੀ ਮੈਨੂੰ ਮੋਹਾਲੀ ਜ਼ਿਲ੍ਹੇ ਦਾ ਰਹਿਣ ਵਾਲਾ ਜੀ, ਪਿੰਡ ਕਰਤਾਰਪੁਰ ਹੈ ਜੀ। ਮੇਰੇ ਕੋਲ ਮੈਸੇਜ ਆਉਂਦੇ ਹੀ ਟਕਸਾਲੀਆਂ ਦੇ ਆ ਨਾ। ਅੱਛਾ ਜੀ, ਮੈਂ ਨਹੀਂ ਜੀ, ਨਹੀਂ, ਮੈਂ ਤਾਂ ਇੱਕ ਆਮ ਜਿਹਾ ਬੰਦਾ ਜੀ, ਬਹੁਤ ਘੱਟ ਪੜ੍ਹਿਆ ਲਿਖਿਆ ਜੀ, 10ਵੀਂ ਤੱਕ ਪੜ੍ਹਿਆ। ਮੈਂ ਤੁਹਾਨੂੰ ਦੱਸਦਾ ਜੀ, ਆਪਣੀ ਜਿਹੜੀ ਸਿੱਖ ਕੌਮ ਦੀ ਪਹਿਚਾਣ ਹੈ ਜੀ, ਇਹ ਮੈਂ ਤੁਹਾਨੂੰ ਸਾਊਦੀ ਅਰਬ ਦੀ ਗੱਲ ਦੱਸਦਾ ਜੀ। ਉੱਥੇ ਮੈਨੂੰ ਮੁਸਲਮਾਨ ਵੀਰ ਮਿਲਿਆ ਇੱਕ, ਉਹ ਵੀ ਪੰਜਾਬੀ ਦਾ ਜੀ। ਮੈਂ ਵੀ ਉੱਥੇ ਗਿਆ ਤਾਂ ਮੈਂ ਪਹਿਲਾਂ ਰੋਡਾ ਦਾ ਮੈਂ ਨਸ਼ੇ ਕਰਦਾ ਤਾਂ ਜੀ, ਮੈਨੂੰ ਘਰਦਿਆਂ ਨੇ ਭੇਜਤੇ ਸਾਊਦੀ ਅਰਬ ਚ। ਹਾਂਜੀ, ਮੈਂ ਉੱਥੇ ਗਿਆ ਤੇ ਉੱਥੇ ਮੈਨੂੰ ਵੀਰ ਮਿਲਿਆ। ਵੀਰ ਮੈਨੂੰ ਕਹਿੰਦਾ ਬਾਈ ਕਿਆ ਹਾਲ ਹੈ? ਮੈਂ ਕਿਹਾ ਜੀ ਠੀਕ ਹੈ। ਕਹਿੰਦਾ ਕਿਆ ਨਾਮ ਹੈ ਆਪਣਾ? ਮੈਂ ਕਿਹਾ ਜੀ ਦਲਵੀਰ ਸਿੰਘ। ਉਹ ਕਹਿੰਦਾ ਨਹੀਂ ਯਾਰ ਤੂੰ ਸਿੰਘ ਨਹੀਂ ਹੈ, ਤੂੰ ਪੰਜਾਬੀ ਲੱਗਦਾ ਮੈਨੂੰ। ਹਾਂ ਯਾਰ ਮੈਂ ਪੰਜਾਬੀ ਹੈ, ਮੈਂ ਪੰਜਾਬ ਦਾ ਰਹਿਣ ਵਾਲਾ, ਪਰ ਸਿੰਘ ਕਾਤੇ ਨਹੀਂ ਹੈ ਯਾਰ? ਮੈਂ ਕਿਹਾ ਕਿਆ ਚੱਕਰ ਹੋ ਗਿਆ? ਕਹਿੰਦਾ ਵੀਰ, ਕਹਿੰਦਾ ਮੇਰੇ ਕੋਲ ਇੱਕ ਸਿੰਘ ਰਹਿੰਦਾ, ਕਹਿੰਦਾ ਉਹਦੀ ਕਹਿੰਦਾ ਦਾੜੀ ਰੱਖੀ ਵੀ ਹੈ, ਸਿਰ ਤੇ ਪੱਗ ਬੰਨਦਾ ਉਹ, ਕਹਿੰਦਾ ਕਦੇ ਵੀ ਉਹਨੇ ਆਪਣਾ ਸਿਰ ਨੰਗਾ ਨਹੀਂ ਕਰਿਆ। ਕਹਿੰਦਾ ਤਾਂ ਬੇਸ਼ੱਕ ਕੜਾ ਪਾਇਆ, ਠੀਕ ਹੈ ਕੋਈ ਗੱਲ ਨੀ, ਕਹਿੰਦਾ ਕੜਾ ਤਾਂ ਅਸੀਂ ਵੀ ਪਾ ਲੈਂਦੇ। ਕਹਿੰਦਾ ਪੰਜਾਬੀ ਤਾਂ ਮੈਂ ਵੀ ਹੈ, ਮੈਂ ਪਾਕਿਸਤਾਨ ਦਾ ਪੰਜਾਬੀ ਹੈ, ਤੂੰ ਇੰਡੀਆ ਦਾ ਪੰਜਾਬੀ ਹੈ। ਕਹਿੰਦਾ ਪਰ ਤੂੰ ਸਿੱਖ ਨਹੀਂ ਹੈ। ਮੇਰੇ ਮਨ ਨੂੰ ਬੜਾ ਧੱਕਾ ਲੱਗਿਆ ਸਰ। ਮੈਂ ਕੁਛ ਨੀ ਬੋਲਿਆ। ਮੈਂ ਕਿਹਾ ਹਾਂਜੀ ਭਾਈ ਤੁਸੀਂ ਠੀਕ ਹੈ, ਮੈਂ ਪੰਜਾਬੀ ਹਾਂ, ਮੈਂ ਸਿੱਖ ਨਹੀਂ ਹੈ। ਮੈਨੂੰ ਉਸ ਬੰਦੇ ਨੇ, ਇੱਕ ਮੁਸਲਮਾਨ ਹੋ ਕੇ ਸਾਡੇ ਧਰਮ ਬਾਰੇ ਇੰਨਾ ਕੁਛ ਸੋਚਦਾ, ਮੈਂ ਹੈਰਾਨ ਹੋ ਗਿਆ। ਮੈਂ ਉਹਨੂੰ ਕੁਛ ਨੀ ਬੋਲਿਆ ਜੀ। ਉਸ ਤੋਂ ਬਾਅਦ ਵਿੱਚ ਮੈਂ ਉੱਥੇ 2 ਸਾਲ ਲਾਏ। 2 ਸਾਲ ਵਿੱਚ ਮੈਂ ਬਾਲਾਂ ਨੂੰ ਕੈਂਚੀ ਨਹੀਂ ਲਵਾਈ। ਮੈਂ ਸਰਦਾਰ ਬਣ ਕੇ ਜਦੋਂ ਘਰੇ ਆਇਆ, ਮੇਰੇ ਘਰ ਦੇ ਇੰਨੇ ਖੁਸ਼ ਹੋਏ, ਮੈਨੂੰ ਘਰ ਦੇ ਕਹਿੰਦੇ ਤੇ ਜਿਹੜਾ ਤੂੰ ਲੈ ਕੇ ਆਇਆ ਤੂੰ ਰੱਖ, ਸਿੱਟ, ਜੋ ਮਰਜ਼ੀ ਕਰ, ਬਸ ਸਾਨੂੰ ਆਹੀ ਬਹੁਤ ਹੈ, ਤੂੰ ਆਪਣੀ ਦਾੜੀ ਤੇ ਵਾਲ ਰੱਖ ਆ ਗਿਆ ਵਾਪਸ। ਬਹੁਤ ਵਧੀਆ ਗੱਲ ਹੋਈ। ਮੈਂ ਉੱਥੇ ਤੁਹਾਡਾ ਰੇਡੀਓ ਸੁਣਦਾ ਹੁੰਦਾ ਤਾਂ ਜੀ, ਮੈਨੂੰ ਹੁਣ ਤੱਕ ਤੁਹਾਡਾ ਨੰਬਰ ਨਹੀਂ ਸੀਗਾ ਮਿਲਿਆ। ਤੁਸੀਂ ਨਾ ਕੱਲ ਤੁਹਾਡਾ ਪ੍ਰੋਗਰਾਮ ਚੱਲਦਾ ਤਾਂ ਤੁਸੀਂ ਇੱਕ ਵੀਰ ਨੂੰ ਆਪਣਾ WhatsApp ਨੰਬਰ ਲਿਖਾਇਆ ਤੇ ਤਾਂ ਮੈਨੂੰ ਤੁਹਾਡਾ ਨੰਬਰ ਮਿਲਿਆ। ਪਰ ਇੱਕ ਗੱਲ ਦਾ ਖਿਆਲ ਰੱਖਿਓ ਗਾਹਾਂ ਤੋਂ, ਇੱਕ ਗੱਲ ਦਾ ਖਿਆਲ ਰੱਖਿਓ ਗਾਹਾਂ ਤੋਂ। ਹਾਂਜੀ, ਮੈਂ ਉੱਥੇ ਕਿਹਾ ਸੀ, ਮੈਂ ਕਿਹਾ ਟਕਸਾਲੀਆਂ ਲਈ ਆ ਨੰਬਰ ਇਹ। ਅੱਛਾ ਜੀ, ਹਾਂ ਤੁਸੀਂ ਨੋਟ ਕਰਿਆ, ਨਾਲੇ ਤੁਸੀਂ ਕਹਿੰਦੇ ਮੈਂ ਟਕਸਾਲੀ ਨਹੀਂ। ਨਹੀਂ, ਮੈਂ ਟਕਸਾਲੀ ਨਹੀਂ। ਮੈਂ ਤੁਹਾਨੂੰ ਦੱਸਦਾ, ਮੈਂ ਤਾਂ ਮੈਨੂੰ ਬਾਣੀ ਦੀ ਇੰਨੀ ਸਮਝ ਨਹੀਂ ਹੈ ਜੀ। ਮੈਂ ਬਹੁਤ 10ਵੀਂ ਤੱਕ ਪੜ੍ਹਿਆ। ਮੈਂ ਭਾਈ ਰਣਜੀਤ ਸਿੰਘ ਢੱਡਰੀ ਵਾਲਿਆਂ ਨੂੰ ਉਹਨਾਂ ਦੇ ਦੁਆ ਸੁਣਦਾ ਰਿਹਾ ਜੀ। ਭਾਈ ਰਣਜੀਤ ਸਿੰਘ ਢੱਡਰੀ ਇੱਕ ਮਿੰਟ ਤੁਹਾਡਾ ਮਤਲਬ ਜਿਹੜੇ ਟਕਸਾਲੀ ਆ ਉਹ 10 ਤੋਂ ਵੱਧ ਪੜ੍ਹੇ ਹੁੰਦੇ ਆ? ਇਹ ਕੋਈ ਕੰਡੀਸ਼ਨ ਨਹੀਂ ਹੈਗੀ। ਹਾਂਜੀ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਮੈਂ ਗੁਰਬਾਣੀ ਤੋਂ ਬਹੁਤ ਪਿਛੜਿਆ ਵਾ ਜੀ। ਮੈਨੂੰ ਗੁਰਬਾਣੀ ਨੂੰ ਸਮਝ ਨਹੀਂ ਸਕਿਆ। ਹਾਂਜੀ ਹਾਂ, ਮੈਂ ਭਾਈ ਰਣਜੀਤ ਸਿੰਘ ਢੱਡਰੀ ਵਾਲਿਆਂ ਨੂੰ ਪਹਿਲਾਂ ਸੁਣਦਾ ਰਿਹਾ। ਪਹਿਲਾਂ ਉਹ ਨਾ ਇਤਿਹਾਸ ਸੁਣਾਇਆ ਕਰਦੇ ਤੇ ਹਨਾ, ਤੇ ਉਹ ਹੁਣ ਖੁਦ ਵੀ ਕਹਿੰਦੇ ਨੇ ਵਿਚਾਰ ਵਿੱਚ ਵੀ ਮੈਂ ਪਹਿਲਾਂ ਥੋੜਾ ਜਿਹਾ ਗਲਤ ਰਸਤੇ ਵਿੱਚ ਚੱਲ ਗਿਆ, ਪਰ ਹੁਣ ਜੋ ਕੰਮ ਕਰ ਰਹੇ, ਜਿੰਨੇ ਉਹਨਾਂ ਨੇ ਬੰਦੇ ਸਿੱਧੇ ਰਾਹ ਤੇ ਲਾਤੇ,
ਬਹੁਤ ਜ਼ਿਆਦਾ ਵਧੀਆ ਗੱਲ ਹੈ, ਪਰ ਇਹ ਲੋਕ ਉਹਨੂੰ ਜਰਦੇ ਨਹੀਂ ਹੈ ਜੀ। ਇਹ ਬਹੁਤ ਮਾੜੀ ਗੱਲ ਹੈ। ਆਪਾਂ ਆਪਣੇ ਧਰਮ ਵਾਸਤੇ ਕੁਝ ਵੀ ਨਹੀਂ ਕਰ ਰਹੇ, ਇੱਕ ਬੰਦਾ ਕਰ ਰਿਹਾ ਉਹਨੂੰ ਤੁਸੀਂ ਰੋਕ ਰਹੇ ਜੀ। ਇਹ ਬਹੁਤ ਆਪਣੇ ਸਿੱਖ ਹੋਣ ਵਾਸਤੇ ਟਕਸਾਲੀਆਂ ਲੱਖ ਲਾਹਨਤ ਦੀ ਗੱਲ ਹੈ ਜੀ। ਇਹ ਆਪਣੇ ਧਰਮ ਨੂੰ ਕੋਈ ਅੱਗੇ ਕੋਈ ਵਧਾ ਰਿਹਾ ਜੀ, ਉਹਨੂੰ ਆਪਾਂ ਰੋਕ ਰਹੇ, ਤਾਂ ਇਹਦਾ ਮਤਲਬ ਆਪਾਂ ਆਪਣੀ ਕੌਮ ਖਤਮ ਕਰਨੇ ਪਰ ਆਪ ਹੀ ਖੁਦੇ ਤੁਰੇ ਪਏ ਆ ਜੀ। ਨਹੀਂ ਹੋਊਗਾ ਜੀ, ਕੋਈ ਨਹੀਂ, ਆਉਣ ਵਾਲੇ ਸਮੇਂ ਚ ਹੋ ਜਾਊਗਾ। ਕੋਈ ਨਹੀਂ, ਠੀਕ ਹੈ ਵੀਰੇ, ਥੈਂਕ ਯੂ। ਅਸੀਂ ਦੇਖੀਏ, ਕਰੀਏ, ਪ੍ਰਭਦੀਪ ਦੀ ਗੱਲ ਕਰ ਲਈਏ ਥੋੜੀ ਜਿਹੀ। ਅਸੀਂ ਅੱਜ ਟਕਸਾਲੀਆਂ ਦੀਆਂ ਕਾਲਾਂ ਉਡੀਕਦੇ ਹਾਂ, ਟਕਸਾਲੀਆਂ ਦੀਆਂ ਕਾਲਾਂ ਉਡੀਕਦੇ ਹਾਂ ਅਸੀਂ, ਪਰ ਕੋਈ ਨਹੀਂ, ਆਪਾਂ ਦੇਖੀਏ। ਥੈਂਕ ਯੂ ਨਾ। ਤੁਸੀਂ ਜੇ ਹੋ ਸਕਿਆ ਸਰ ਜੀ, ਇੱਕ ਬੇਨਤੀ ਹੈ, ਤੁਸੀਂ ਜਿਹੜਾ ਟਕਸਾਲੀਆਂ ਤੋਂ ਬਿਨਾਂ ਨੰਬਰ ਹੈ, ਤੁਸੀਂ ਉਹ ਮੈਨੂੰ WhatsApp ਤੇ ਸੈਂਡ ਕਰ ਦਿਓ ਜੀ, ਤਾਂ ਬਹੁਤ ਮਿਹਰਬਾਨੀ ਹੋਊਗੀ ਤੁਹਾਡੀ ਜੀ। ਕਿਉਂਕਿ ਮੈਨੂੰ ਟਕਸਾਲੀਆਂ ਵਿੱਚ ਨਾ ਰਲਾ ਦਿਓ ਜੀ, ਮੈਂ ਬਹੁਤ ਔਖਾ ਧਰਮ ਦੇ ਰਾਹ ਤੇ ਆਇਆ ਜੀ। ਹਾਂ ਨਹੀਂ ਕੋਈ ਨਹੀਂ, ਨੋ ਵਰੀ, ਕੋਈ ਨਹੀਂ, ਹੈ ਨਾ। ਹਾਂ ਜੀ, ਧੰਨਵਾਦ ਜੀ ਤੁਹਾਡਾ ਬਹੁਤ ਜੀ। ਮੈਂ ਭੇਜਦਾ ਨੰਬਰ। ਓਕੇ, ਥੈਂਕ ਯੂ। ਨਹੀਂ, ਇਹ ਤਾਂ ਗੱਲ ਜਿਹੜੀ ਆ ਪੱਕੀ ਆ ਜੀ, ਭਈ ਜਿਹੜੀ ਵੀਰ ਗੱਲ ਕਹਿੰਦਾ, ਜਿਹੜਾ ਨੰਬਰ ਆ ਨਾ, ਜਿਹੜਾ ਟਕਸਾਲੀਆਂ ਤੋਂ ਵੱਖਰਾ ਆ, ਉਹ ਨੰਬਰ ਜਿਹੜਾ ਦੂਜੇ ਸਰੋਤਿਆਂ ਨੂੰ ਦੇਣਾ ਚਾਹੀਦਾ। ਹਾਂ ਚਲੋ ਆਪਾਂ ਪਹਿਲਾਂ ਸੁਣੀਏ ਪ੍ਰਭ। ਮੁਹੰਮਦ ਰਸੂਲ ਅੱਲਾਹ ਤੇ ਜਾ ਕੇ ਲਾ ਇਲਾਹਾ ਮੁਹੰਮਦ ਰਸੂਲ ਅੱਲਾਹ, ਲਾ ਇਲਾ ਰਸੂਲ ਨੂੰ ਆਖਰੀ। ਮੈਨੂੰ ਇਹ ਨਹੀਂ ਸਮਝ ਆਉਂਦੀ ਫਿਰ ਇਹਨਾਂ ਨੂੰ ਇਹ ਗੱਲਾਂ ਘੋਟਾ ਕਿਉਂ ਲਾਉਣੀਆਂ ਪੈਂਦੀਆਂ, ਇਹਦਾ ਲਾ ਇਲਾ ਇਦਾਂ ਰਸੂਲ ਅੱਲਾਹ ਇਦਾਂ ਕਿਉਂ ਕਰਨੀ ਪੈਂਦੀ ਆ? ਉਦਾਂ ਹੀ ਤੁਸੀਂ ਕਹਿ ਦਿਓ ਤਾਂ ਜਿੰਨੀ ਗੱਲ ਕਹਿਣੀ ਆ। ਹੁਣ ਲੈਣੇ ਪਊਗੇ ਸਰੋਤੇ ਸਾਨੂੰ। ਚਲੋ ਕਰ ਲਓ, ਦੇਖ ਲਓ। ਹਾਂਜੀ, 0108 ਦੇ ਉੱਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਜਿੱਦਾਂ ਹੁਣ ਕੀ ਇਹਦਾ ਨਾਂ ਆ, ਪ੍ਰਭਦੀਪ, ਜਿੱਦਾਂ ਹੁਣ ਕਹਿੰਦਾ ਸੀ ਵੀ ਉਹਦਾ ਗੁਰੂ ਕਿੱਦਾਂ ਦਾ ਹੋਊਗਾ, ਤਾਰੀਫ ਹੋਊਗਾ। ਭਾਜੀ ਕਪੂਰਥਲੇ ਦੇ ਵਿੱਚ ਜੂਨ 12 ਨੂੰ ਭੁਪਿੰਦਰ ਸਿੰਘ ਨਾਂ ਦੇ ਗ੍ਰੰਥੀ ਨੇ ਗੁਰਦੁਆਰੇ ਵੀ ਰੇਪ ਕਰਨ ਦੀ ਕੋਸ਼ਿਸ਼ ਕੀਤੀ, ਮੁੜ ਕੇ ਕੁੜੀ ਮਾਰਤੀ ਸੀਗੇ। ਉਹਦੇ ਬਾਰੇ ਇਹਦਾ ਕੀ ਖਿਆਲ ਹੋਊਗਾ, ਕੀ ਕਹੂਗਾ? ਕਰੋ ਤੁਸੀਂ ਗੱਲਬਾਤ। ਬਹੁਤ ਸਵਾਲ, ਥੈਂਕ ਯੂ। ਬਹੁਤ ਸਵਾਲ ਇਹਨਾਂ ਦੇ ਤਾਂ ਉੱਠਣੇ ਵਾਲੇ ਆ। ਹਾਂਜੀ, WhatsApp ਦੇ ਉੱਤੇ ਤੁਸੀਂ ਆਉਨੇ ਰਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਗੁਰੂ ਫਤਿਹ ਜੀ। ਜੀ, ਜਿਹੜਾ ਅੱਜ ਦਾ ਵਿਸ਼ਾ ਚੱਲ ਰਿਹਾ ਜੀ, ਤੁਸੀਂ ਇਹਦੇ ਚ ਗੱਲਬਾਤ ਜਿਹੜੀ ਕਰ ਰਹੇ ਹੋ, ਹਾਂਜੀ, ਇਹ ਅਗੇਨ ਮੈਂ ਕੁਝ ਚੀਜ਼ਾਂ ਆਪਣੀ ਜਾਣਕਾਰੀ ਲਈ ਜਾਣਨਾ ਚਾਹਾਂਗਾ ਜੀ। ਕਈ ਵਾਰ ਨਾ ਮਨ ਚ ਖਿਆਲ ਆਉਂਦਾ, ਜਿੱਦਾਂ ਖਾਣ ਪੀਣ ਦੇ ਮਸਲੇ ਨੂੰ ਲੈ ਕੇ, ਖਾਣਾ ਕਿਹੜਾ ਵਧੀਆ। ਅਸੀਂ ਤਾਂ, ਕਿਉਂਕਿ ਮੇਰੀ ਅੱਗੇ ਕੱਲ ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕੀਤੀ ਸੀ, ਬੈਕਗ੍ਰਾਉਂਡ ਸਾਇੰਸ ਦੀ ਹੋਣ ਕਰਕੇ ਮੈਂ ਕੋਸ਼ਿਸ਼ ਕਰਦਾ ਧਰਮ ਇਹਨੂੰ ਕਿੱਥੇ ਲੈ ਜਾ ਰਿਹਾ ਤੇ ਸਾਇੰਸ ਹੀ ਧਰਮ ਕਿੱਥੇ ਪਿਆ। ਮੈਂ ਆਇਨਸਟਾਈਨ ਦਾ ਫਾਲੋਅਰ ਹਾਂ ਜੀ। ਆਇਨਸਟਾਈਨ ਤੇ ਸਟੀਫਨ ਹਾਕਿੰਗ ਜਿਹੜੀ ਪਿੱਛੇ ਜੇ ਮੌਤ ਹੋਈ ਆ, ਉਹਨੇ ਬਹੁਤ ਕੁਝ ਕੰਮ ਕੀਤਾ ਇਸ ਫੀਲਡ 'ਚ, ਪਰ ਉਸ ਬੰਦੇ ਨੇ ਇਹ ਨਹੀਂ ਮੰਨਿਆ, ਉਹ ਰੱਬ ਦੀ ਐਗਜ਼ਿਸਟੈਂਸ ਨੂੰ ਨਹੀਂ ਮੰਨਦਾ, ਪਰ ਉਹਦੀ ਜਿਹੜੀ ਥਿਊਰੀ ਆ ਉਹ ਅਲੱਗ ਹੈ। ਮੈਂ ਇੱਕ ਤੁਹਾਨੂੰ ਛੋਟੀ ਜਿਹੀ ਮਿਸਾਲ ਦੇਵਾਂਗਾ। ਜਿਹੜਾ ਸੂਰਜ ਹੈ ਨਾ ਜੀ, ਸੂਰਜ ਦੀ ਉਤਪਤੀ ਨਾ, ਜਿਹਨੂੰ ਅਸੀਂ ਕਹਿੰਦੇ ਨੇ ਐਗਜ਼ਿਸਟੈਂਸ, ਇੱਕ ਪਾਰਟੀਕਲ ਤੋਂ ਹੋਈ ਆ। ਇੱਕ ਪਾਰਟੀਕਲ ਆਇਆ, ਉਸ ਤੋਂ ਬਾਅਦ ਉਹ ਪਾਰਟੀਕਲ ਇਕੱਠੇ ਕਰੀ ਗਿਆ, ਉਹਦੇ ਅੰਦਰ ਇੰਨੀ ਕੁ એનર્ਜੀ ਪੈਦਾ ਹੋ ਗਈ ਵੀ ਉਹ ਹੁਣ એનર્ਜੀ ਨਾ ਰੇਡੀਏਟ ਕਰ ਰਿਹਾ। ਮੇਰੇ ਅਕੋਰਡਿੰਗ ਦੀ ਧਰਮ ਦੀ ਡੈਫੀਨੇਸ਼ਨ ਤਾਂ ਇਹੀ ਹੈ ਜੀ। ਜੇ ਤੁਹਾਡੇ ਕੋਲ ਕੁਝ ਆ ਗਿਆ, ਤੁਸੀਂ ਵੰਡਣਾ ਹੈ ਇਹਨੂੰ ਅੱਗੇ, ਕਿੰਨਾ ਵੰਡ ਸਕਦੇ ਹੋ। ਔਰ ਪਰ ਜਿਸ ਲੈਵਲ ਤੱਕ ਅਸੀਂ ਧਰਮ ਨੂੰ ਨਾ ਸਿਰਫ ਇੱਕ ਉਹ ਬਣਾ ਕੇ ਰੱਖ ਲਿਆ ਕਿ ਫਨੈਟਿਕ ਹੋ ਗਏ ਬਹੁਤ ਜ਼ਿਆਦਾ, ਅਸੀਂ ਆਹ ਨਹੀਂ ਕਰਨਾ। ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ। ਮੈਂ ਕੱਲ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਜੀ, ਵੀ ਮੈਂ ਹੁਣ ਇੰਨਾ ਕੁ ਬੋਲਡ ਹੋ ਗਿਆ ਵੀ ਇਹ ਗੱਲਾਂ ਜਿੱਦਾਂ ਤੁਸੀਂ ਕਰਦੇ ਹੋ ਮੈਂ ਕਰ ਸਕਦਾ 4 ਬੰਦਿਆਂ 'ਚ। ਨਹੀਂ ਸਿੱਧੀਆਂ ਹੀ ਜੇ ਇਸ ਤਰੀਕੇ ਨਾਲ ਨਾ ਹੋਈਆਂ ਤਾਂ ਉਹਦੇ ਗੱਲਾਂ ਦੇ ਅਰਥ ਹੀ ਕੋਈ ਨਹੀਂ ਰਹਿ ਜਾਣੇ। ਇਹ ਗੱਲਾਂ ਦੇ ਅਰਥ ਹੀ ਤਾਂ ਹੋਣੇ ਆ ਉਹਨਾਂ ਦੀ ਆਪਣੀ ਜਿਹੜੀ ਜਿੰਨੇ ਬਲੰਟਲੀ ਕਰਾਂਗੇ, ਜਿੱਦਾਂ ਦੀ ਗੱਲ ਹੈਗੀ ਉਦਾਂ ਦੀ ਹੀ ਕਰ ਹੋਣੀ ਆ ਬਸ। ਜੀ ਮੈਂ ਤਾਂ ਜਿੱਦਾਂ ਵੀਰ ਨੇ ਕਿਹਾ ਨਾ, ਮੈਨੂੰ ਤਾਂ ਪੰਜਾਬੀ ਦਾ ਗਿਆਨ ਨਹੀਂ ਸੀ ਜੀ। ਪੰਜਾਬੀ ਮੈਂ ਅਜੀਤ ਅਖਬਾਰ ਪੜ੍ਹ ਕੇ ਸਿੱਖੀ ਆ। ਮੇਰੀ ਬੈਕਗ੍ਰਾਉਂਡ ਸਕੂਲਿੰਗ ਸੀਗੀ, ਸਾਇੰਸ ਦੇ ਵਿਸ਼ੇ ਦੇ ਵਿੱਚ ਹੀ ਤੁਰਦੇ ਰਹੇ। ਹੌਲੀ ਹੌਲੀ ਜਾਣਿਆ, ਮੈਨੂੰ ਤਾਂ ਕੱਖ ਵੀ ਨਹੀਂ ਸੀ ਪਤਾ ਵੀ ਧਰਮ ਦੇ ਅਰਥ ਕੀ ਹੁੰਦੇ ਆ। ਇੰਨਾ ਕੁ ਜ਼ਿਆਦਾ ਰੁਝਾਨ ਪਏ ਵੀ ਜਾਣੀਏ ਹੈ ਕੀ ਆ, ਸਾਡੇ ਗੁਰੂ ਸਾਹਿਬ ਕੀ ਕਰ ਗਏ ਸੀ ਔਰ ਹੁਣ ਇਹਦਾ ਰੂਪ ਕੀ ਆ। ਜਦੋਂ ਦਾ ਮੈਂ ਤੁਹਾਡੇ ਪ੍ਰੋਗਰਾਮ ਨਾਲ ਜੁੜਿਆ ਨਾ, ਤੇ ਮੇਰੀ ਦ੍ਰਿਸ਼ਟੀਕੋਣ ਬਹੁਤ ਡਿਫਰੈਂਟ ਹੋ ਗਿਆ। ਮੈਨੂੰ ਪਤਾ ਲੱਗਿਆ ਵੀ ਧਰਮ ਦੀ ਅਸਲੀ ਪਰਿਭਾਸ਼ਾ ਕੀ ਆ।
ਨਹੀਂ ਉਹਨੂੰ ਬਸ ਆਪਾਂ ਤਾਂ ਇਹਨੂੰ ਜੇ ਸਮਾਜ ਤੱਕ ਹੀ ਕਰਕੇ ਵੀ ਇਹਨੂੰ ਸੋਹਣਾ ਬਣਾਉਣ ਤੇ ਇੱਥੇ ਇੰਨੀ ਕਰ ਲਈਏ ਮਿਹਨਤ, ਬਾਕੀ ਉਹ ਤੋਂ ਸਾਡੇ ਜੰਮਣ ਤੋਂ ਪਹਿਲਾਂ ਕੀ ਸੀ ਤੇ ਮਰਨ ਤੋਂ ਬਾਅਦ ਵਿੱਚ ਕੀ ਹੋਣਾ ਉਹਨੂੰ ਰਹਿਣ ਦਈਏ, ਆਪਾਂ ਆਪੇ ਸੌਖਾ ਹੋ ਜਾਣਾ ਸਾਡੇ ਲਈ। ਉਹੀ ਹੈ ਨਾ ਜੀ, ਇਹਦੇ ਚ ਜਦੋਂ ਉਹ ਕਰਦੇ ਆ ਅਸੀਂ ਬਈ ਆਹ ਕਰਮ ਹੈ, ਕਰਮ ਇਦਾਂ ਦੇ ਹੋ ਜਾਣਗੇ, ਜੇ ਮੰਦੇ ਕਰੂੰਗੇ ਤੁਹਾਨੂੰ ਸਵਰਗ ਨਹੀਂ ਮਿਲਣਾ, ਸਵਰਗ ਨਰਕ ਦਾ। ਅੱਛਾ, ਮੈਨੂੰ ਦੋ ਕੁ ਚੀਜ਼ਾਂ ਦਾ ਮੈਨੂੰ ਗਿਆਨ ਚਾਹੀਦਾ ਹੋਏਗਾ ਜੀ, ਵੀ ਜਿਹੜੀ ਸੋਲ ਹੈ ਅਲਟੀਮੇਟਲੀ, ਅਸੀਂ ਸੋਲ ਜਿਹਨੂੰ ਆਪਾਂ ਆਤਮਾ ਕਹਿੰਦੇ ਆ, ਇਹਦਾ ਹੈ ਕੀ ਸਿਸਟਮ ਕੀ ਹੈ ਇਹਦਾ, ਮਤਲਬ ਜੇ ਅਸੀਂ ਕਹਿੰਦੇ ਆ ਨਾ ਤੇ ਕਿੱਦਾਂ ਆਉਂਦੀ ਹੈ, ਕੀ ਜਾਂਦੀ ਹੈ, ਕੀ ਇਹਦਾ ਕਨੈਕਸ਼ਨ ਹੈ, ਇਹਦੇ ਬਾਰੇ ਮੈਨੂੰ ਥੋੜਾ ਜਿਹਾ ਦੱਸੋਗੇ ਤਾਂ ਥੋੜੀ ਮਿਹਰਬਾਨੀ ਹੋਏਗੀ ਜੀ। ਇਹਦੇ ਬਾਰੇ ਫਿਰ ਕਿਤੇ ਕਰ ਲਵਾਂਗੇ, ਇਹ ਤਾਂ ਫਿਲਾਸਫੀ ਆ ਦੇ ਹੋਣੀ ਜਾਣੀ। ਅਸੀਂ ਜੇ ਉਹੀ ਮੈਨੂੰ ਇਦਾਂ ਹੀ ਜਿਹੜੀ ਨਾ ਇਹ ਸਾਰਾ ਕੁਝ ਜਿਹੜਾ ਇਕੱਠਾ ਹੀ ਆ, ਇਹ ਜਦੋਂ ਤੁਸੀਂ ਇਹ ਸੋਲ ਵਾਲਾ ਚੈਪਟਰ ਖੋਲਣਾ, ਫਿਰ ਤੁਹਾਨੂੰ ਮਰਨ ਤੋਂ ਪਹਿਲਾਂ ਤੇ ਜੰਮਣ ਤੋਂ ਪਹਿਲਾਂ ਤੇ ਮਰਨ ਤੋਂ ਬਾਅਦ ਦੀ ਗੱਲ ਕਰਨੀ ਪੈਣੀ ਆ। ਜੀ ਜੀ ਜੀ। ਜੇ ਆਪਾਂ ਇਹਨੂੰ ਅਜੇ ਇਦਾਂ ਰਹਿਣ ਦਈਏ, ਕਿਉਂਕਿ ਅਸੀਂ ਤਾਂ ਬ੍ਰਹਿਮੰਡ ਦੇ ਬਹੁਤ ਛੋਟੇ ਜਿਹੇ ਹਿੱਸੇ ਆ ਜੀ, ਸਾਡੀ ਜਿਹੜੀ ਪਹੁੰਚ ਆ ਨਾ, ਤਾਂ ਸਾਨੂੰ ਇਦਾਂ ਆਪਸ਼ਨ ਆ ਸਾਡੇ ਕੋਲ ਵੀ ਮਰ ਕੇ ਜਾ ਕੇ ਦੇਖ ਕੇ ਮੁੜ ਕੇ ਆ ਜਾਈਏ ਜੀ। ਪਰ ਇੱਕ ਖਿਆਲ ਰੱਖੀਏ, ਇਦਾਂ ਮਿਹਨਤ ਕਰੀ ਜਾਈਏ, ਜੇ ਇਦਾਂ ਹੋਈ ਜੀ ਮਰਨ ਤੋਂ ਬਾਅਦ ਹੀ ਸਾਨੂੰ ਪਤਾ ਲੱਗੂਗਾ ਨਾ ਉੱਥੇ ਕੀ ਕੁਛ ਆ ਜੀ। ਉਸ ਵੇਲੇ ਐਪਲੀਕੇਸ਼ਨ ਪਾ ਕੇ ਦੇਖ ਲਵਾਂਗੇ, ਜੇ ਉਹਨੇ ਦੇਤੀ ਛੁੱਟੀ ਵੀ ਚਲ ਜਾਓ ਤੁਸੀਂ ਦੁਬਾਰਾ ਜਾ ਕੇ ਦੱਸ ਕੇ ਆਓ, ਕਿਤਾਬ ਲੈ ਕੇ ਆਓ, ਫਿਰ ਆਵਾਂਗੇ ਮੁੜ ਕੇ ਆਪਾਂ ਜੀ। ਉਹ ਤੋਂ ਘੱਟ ਨਹੀਂ ਕੁਛ ਵੀ, ਉਹ ਤੋਂ ਘੱਟ ਕੁਛ ਨਹੀਂ ਦੱਸ ਹੋਣਾ ਸਾਤੋਂ। ਉਹਦੇ ਚ ਇਹ ਦੱਸਿਆ ਸੀਗਾ ਵੀ ਜਿਹੜੀ ਸੋਲ ਹੈ ਨਾ ਜੀ, ਆਤਮਾ ਜਿਹੜੀ ਹੈ ਉਹ ਬਾਡੀ ਦੇ ਵਿੱਚ ਰਹਿੰਦੀ ਹੈ, ਪਰ ਜਦੋਂ ਬਾਡੀ ਦਾ ਲੈਵਲ ਬਹੁਤ ਗਿਰ ਜਾਂਦਾ ਫਿਰ ਇਹ ਨਿਕਲ ਜਾਂਦੀ ਇੱਥੋਂ। ਡੀ ਨੇ ਪਾਈ ਸੀ, ਮੈਂ ਤੁਹਾਨੂੰ ਸੈਂਡ ਕਰਾਂਗਾ ਵੀ ਮੇਰੀ ਮੌਤ ਜਦੋਂ ਹੋਈ ਨਾ ਤੇ ਮੈਨੂੰ ਲਿੰਫੋਮਾ ਸੀਗਾ, ਕੈਂਸਰ ਸੀਗਾ, ਤੇ ਮੈਂ ਨਿਕਲ ਗਈ ਬਾਹਰ। ਤੇ ਜਦੋਂ ਮੈਂ ਦੇਖਿਆ ਵੀ ਮੇਰੀ ਨਾ ਉਹਦੇ ਨਾਲ ਬ੍ਰਦਰ ਨਾਲ ਬਹੁਤ ਅਟੈਚਮੈਂਟ ਸੀ, ਬ੍ਰਦਰ ਮੇਰਾ ਆ ਰਿਹਾ ਸੀਗਾ ਤੇ ਮਿਲਣ, ਤੇ ਮੈਨੂੰ ਲੱਗਿਆ ਵੀ ਮੈਂ ਗਲਤ ਕੀਤਾ। ਤੇ ਉਧਰੋਂ ਜਦੋਂ ਮੈਂ ਗਈ ਤੇ ਮੇਰੇ ਫਾਦਰ ਦੀ ਡੈਥ ਹੋ ਗਈ ਸੀ। ਕਹਿੰਦੀ ਜਿੱਦਾਂ ਅਸੀਂ ਸੋਚਦੇ ਨਾ ਉੱਪਰ ਜਿਹੜੀ ਐਗਜ਼ਿਸਟੈਂਸ ਹੈ ਜਿਹੜੀ ਹੈ, ਕਹਿੰਦੇ ਉੱਥੇ ਪੂਰੇ ਦੇ ਪੂਰੇ ਸਮੁੰਦਰ ਨੇ, ਜਿੱਦਾਂ ਜੇ ਤੁਸੀਂ ਸੁਗੰਧ ਹੋ ਤਾਂ ਸੁਗੰਧ 'ਚ ਜਾ ਕੇ ਮਿਲ ਜਾਣਾ। ਮੈਂ ਉਹਦੇ 'ਚ ਜਾ ਕੇ ਮਿਲੀ ਤੇ ਮੇਰੀ ਇਦਾਂ ਦੀਆਂ ਗੱਲਾਂ ਨਹੀਂ ਹੋਈਆਂ ਜਿੱਦਾਂ ਅਸੀਂ ਦੱਸਦੇ ਆ। ਤੇ ਮੇਰੇ ਫਾਦਰ ਨੇ ਮੈਨੂੰ ਇਨਸਿਸਟ ਕੀਤਾ ਵੀ ਤੇਰੀ ਤਾਂ ਉਮਰ ਕੋਈ ਨਹੀਂ ਹਾਲੇ ਤੂੰ ਕਿਉਂ ਇਹ ਡਿਸੀਜਨ ਲਿਆ, ਸੋਲ ਨਾਲ ਗੱਲ ਕਰ ਰਹੇ। ਤੇ ਸੋਲ ਜਿਹੜੀ ਹੈ ਨਾ, ਕਹਿੰਦੇ ਉਹ ਵਾਪਸ ਆ ਗਈ ਉਹਦੇ ਫਾਦਰ ਦੇ ਕਹਿਣ ਤੇ, ਕਹਿੰਦੀ ਮੈਂ ਆ ਗਈ ਵਾਪਸ। ਤੇ ਡਾਕਟਰ ਵੀ ਹੈਰਾਨ ਹੈ, ਉਹ ਕਹਿੰਦੇ ਵੀ ਇੰਨਾ ਕੋਮਾ 'ਚ ਚਲੇ ਗਈ ਸੀ ਵੀ ਕਿੱਦਾਂ ਹੋ ਸਕਦਾ। ਕਹਿੰਦੇ ਜਦੋਂ ਆਈ ਸਾਰੀਆਂ ਚੀਜ਼ਾਂ ਨਾ ਉਹ ਖਤਮ ਹੋ ਗਈਆਂ। ਆਪਾਂ ਕੋਸ਼ਿਸ਼ ਕਰਾਂਗੇ, ਆਪਾਂ ਤਾਂ ਉਸ ਵੇਲੇ ਹੀ, ਹੁਣ ਅਜੇ ਨਹੀਂ ਕੁਝ ਵੀ ਕਹਿ ਸਕਣਾ, ਅਸੀਂ ਕਿਸੇ ਦੇ ਤਜਰਬੇ ਨਾਲ ਕੁਝ ਨਹੀਂ ਕਹਿ ਹੋਣਾ, ਹੈ ਕਿ ਨਹੀਂ ਜੀ ਜੀ। ਜਸਟ ਮੈਂ ਵਿਚਾਰ ਰੱਖ ਰਿਹਾ ਜੀ, ਨਹੀਂ ਗੋਡਿਆ ਦੇ ਵਿੱਚ ਵਿਚਾਰ ਚੱਲਦੇ ਰਹਿੰਦੇ, ਕੋਈ ਨਹੀਂ ਕੋਈ ਹੈ ਕਿ ਅਸੀਂ ਸੇਧ ਦੇ ਸਕੀਏ ਥੋੜਾ ਜਿਹਾ ਜੀ। ਕਰਦੇ ਲੱਭਦੇ ਹਾਂ ਕੁਝ। ਕਿਸੇ ਟਾਈਮ ਜੀ ਇਹ ਵੈਜੀਟੇਰੀਅਨ ਡਾਈਟ ਤੇ ਨਾਨ ਵੈਜੀਟੇਰੀਅਨ ਡਾਈਟ ਦਾ ਕਨਸੈਪਟ ਜੇ ਕਲੀਅਰ ਕਰਦੇ ਹੋ। ਕੋਈ ਨਹੀਂ, ਉਹ ਤੇ ਕਰਦੇ ਗੱਲ ਕਿਸ ਵੇਲੇ। ਠੀਕ ਹੈ ਥੈਂਕ ਯੂ। ਤੇ ਆਪਾਂ ਚਲੀਏ ਜੀ ਮੁੜ ਕੇ ਫਿਰ ਪ੍ਰਭ ਦੀ ਵੱਲ ਨੂੰ। ਤੇ ਸਮੁੰਦਰ ਨੂੰ ਆਖਰੀ ਰਸੂਲ, ਆਖਰੀ ਮੈਸੇਂਜਰ ਘੋਸ਼ਿਤ ਕਰਦਾ ਤਾਂ ਉੱਥੇ ਖੜ ਗਿਆ, ਕਾਣਾ ਹੋ ਗਿਆ। ਪਰ ਇਹਨਾਂ ਨਾਲੋਂ ਫਿਰ ਵੀ ਬੈਟਰ ਹੈ, ਕਿਉਂਕਿ ਅੰਨੇ ਨੇ ਉਹ ਕਾਣਾ ਹੈ, ਇੱਕ ਅੱਖ ਨਾਲ ਵੇਖ ਸਕਦਾ ਹੈ। ਹੋਰ ਇੱਕ ਗੱਲ ਯਾਦ ਰੱਖਿਓ, ਜਿਹੜਾ ਰੌਲਾ ਖਾਸ ਕਰਕੇ ਸਾਡੇ ਦੁਆਰਾ ਪਾਇਆ ਜਾਂਦਾ ਹੈ, ਬੜਾ ਆਮ ਬੰਦਿਆਂ ਵਾਸਤੇ ਉਹ ਰੌਲਾ ਹੀ ਹੈ, ਜਿਹੜੇ ਸਮਝ ਲੈਂਦੇ ਨੇ ਉਹਨਾਂ ਵਾਸਤੇ ਤਾਂ ਜ਼ਰੂਰ ਕੋਈ ਨੁਕਤੇ ਦੀ ਗੱਲ ਹੋਏਗੀ। ਗੁਰਬਾਣੀ ਦਾ ਫੈਸਲਾ ਹੈ ਕਿ ਗੌਤਮ ਤਪਾ ਹਿੱਲਿਆ ਨਾਰੀ ਤਿਸ ਦੇਖ ਇੰਦਰ ਲੁਭਾਇਆ। ਇੱਥੇ ਆ ਕੇ ਜਿਹੜੀ ਅਸੀਂ ਗੱਲ ਕਰਦੇ ਹੁੰਨੇ ਨਾ ਵੀ ਗੁਰਬਾਣੀ ਬੈਨ ਹੋਣੀ ਚਾਹੀਦੀ ਹੈ, ਜਾਣੀ ਵੀ ਕੀ ਉਹ ਮਿਥਿਆਸ ਇਸ ਕਰਕੇ ਲਿਖਿਆ ਹੈ। ਸਾਡੀ ਜਾਣੀ ਕਿੱਡੇ ਬਦਬਖਤ ਬੰਦੇ ਆ, ਇਹਨਾਂ ਨੂੰ ਗੁਰਬਚਨ ਸਿੰਘ ਭਿੰਡਰਾਲੇ ਦੀਆਂ ਲਿਖੀਆਂ ਗੱਪਾਂ ਨਹੀਂ, ਸੰਤੋਖ ਸਿੰਘ ਦੀਆਂ ਲਿਖੀਆਂ ਗੱਪਾਂ ਨਹੀਂ ਦਿੱਤੀਆਂ, ਉਹਦੇ ਵਿੱਚੋਂ ਕਹਿੰਦੇ ਛਾਂਟ ਕੇ ਕੱਢਣਾ। ਉਹ ਜਿਹੜਾ ਉਹਨਾਂ ਦਾ ਮਿਥਿਆਸ ਲਿਖਿਆ ਉਹਦੇ ਕਰਕੇ ਕਹੀ ਜਾਂਦੇ ਵੀ ਬੰਦਾ ਬਣ ਇਦਾਂ ਦਾ ਗਿਆ, ਉਹਨੂੰ ਮੰਨਦਾ ਕੌਣ ਆ? ਸਿੱਖ ਤਾਂ ਕੋਈ ਵੀ ਨਹੀਂ ਮੰਨਦੇ। ਹੁਣ ਜਦੋਂ ਅਸੀਂ ਜਾਗਰੂਕਾਂ ਦੀ ਗੱਲ ਕਰੀਏ, ਇਹ ਤਾਂ ਨਾ ਦਸਮਨਥ ਨੂੰ ਮੰਨਣ, ਨਾ ਇਹ ਕ੍ਰਿਸ਼ਨ ਨੂੰ, ਨਾ ਬ੍ਰਹਮੇ ਨੂੰ, ਨਾ ਸ਼ਿਵ ਜੀ ਨੂੰ, ਇਹਨਾਂ ਦੀ ਘਾਟ ਤੇ ਇਦਾਂ ਦੀ ਕਿੱਥੋਂ ਘੜੀ ਗਈ ਆ? ਹੁਣ ਗੱਲ ਤਾਂ ਸਿੱਧੀ ਗੱਲ ਆ ਭਾਈ, ਸਮਾਜ ਦੀ ਗੱਲ ਆ, ਆਪਣੀ ਉਹਦੀਆਂ ਜੜ੍ਹਾਂ ਜਿਹੜੀਆਂ ਉਹਨਾਂ ਗੱਲਾਂ 'ਚ ਨਹੀਂ ਲੱਗੀਆਂ ਆ। ਅਸੀਂ ਜਿਹੜਾ ਨਜ਼ਰੀਆ ਦਿੱਤਾ ਨਾ, ਜਿੱਦਾਂ ਹੁਣ ਉਹ ਟਕਸਾਲੀਆਂ ਨੇ ਕੱਢੀਆਂ ਗਾਲਾਂ, ਹਨਾ, ਹੁਣ ਉਹ ਗਾਲਾਂ ਕੱਢੀਆਂ ਤੇ ਸਾਡੇ ਜਿੱਦਾਂ ਟਕਸਾਲੀ ਐਕਸਪੈਕਟ ਕਰਦੇ ਆ ਨਾ
ਵੀ ਉਹ ਜਿਸ ਤਰੀਕੇ ਨਾਲ ਸਾਡੀਆਂ ਮਾਵਾਂ ਭੈਣਾਂ ਨੂੰ ਗਾਲਾਂ ਕੱਢੀਆਂ, ਉਹਨਾਂ ਨੂੰ ਇਹ ਲੱਗਦਾ, ਉਹ ਬਾਰ-ਬਾਰ ਕਹਿੰਦੇ ਵੀ ਆ, ਉਹ ਕਹਿੰਦੇ ਤੇਰੇ ਟੱਬਰ ਦੀ ਇੰਨੀ ਬੇਇੱਜ਼ਤੀ ਕਰ ਦਿੱਤੀ, ਤੂੰ ਹਟਦਾ ਕਾਤੇ ਨਹੀਂ। ਇਹਦਾ ਮਤਲਬ ਜੇ ਟਕਸਾਲੀਆਂ ਦੇ ਟੱਬਰ ਨੂੰ ਕੋਈ ਗੱਲ ਕਹੇ ਕੋਈ ਬੰਦਾ ਵੀ ਤੂੰ ਏਦਾਂ ਕਰ ਨਹੀਂ ਤਾਂ ਮੈਂ ਗਾਲਾਂ ਕੱਢੂੰ, ਤੇ ਝੱਟ ਮੰਨਣਗੇ ਉਹ, ਕਿਉਂਕਿ ਉਹ ਗਾਲਾਂ ਨੂੰ ਇਸੇ ਤਰੀਕੇ ਨਾਲ ਲੈ ਰਿਹਾ ਵੀ ਸਾਡੀ ਬੇਇੱਜ਼ਤੀ ਹੋ ਗਈ ਆ। ਜਿੱਦਾਂ ਟਕਸਾਲੀ ਲੈਂਦੇ ਉਦਾਂ ਹੀ ਜਾਗਰੂਕ ਲੈ ਰਹੇ ਆ। ਹੁਣ ਇਦਾਂ ਦੀਆਂ ਗੱਲਾਂ ਜਿਹੜੀਆਂ ਆ ਨਾ, ਇਹ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਇੱਜ਼ਤ ਬੇਇੱਜ਼ਤੀ ਨਾਲ, ਇਸੇ ਹੀ ਚੀਜ਼ ਨੇ ਸਾਡੀਆਂ ਲੜਕੀਆਂ ਦੇ ਸਰੀਰਕ ਸੰਬੰਧਾਂ ਨੂੰ ਇੱਜ਼ਤ ਦੇ ਨਾਲ ਜੋੜਿਆ ਆ। ਇਸੇ ਹੀ ਕਰਕੇ ਪੰਜਾਬ ਦੇ ਅੰਦਰ ਔਰਤ ਨੂੰ ਦਬਾਇਆ ਗਿਆ, ਡਰਾਇਆ ਗਿਆ ਆ। ਇਸੇ ਕਰਕੇ ਸੈਕਸ ਨੂੰ, ਕਾਮ ਨੂੰ ਗੰਦੀ ਗੱਲ ਕਹਿ ਕੇ ਭੰਡਿਆ ਗਿਆ ਆ। ਉਸ ਚੀਜ਼ ਨੇ ਜਿੰਨਾ ਅਸੀਂ ਦਬਾਇਆ ਆ, ਜਿੰਨਾ ਰੋਕਿਆ ਆ, ਉਨੀ ਖਿੱਚ ਵਧੀ ਆ। ਤੁਸੀਂ ਇਮੇਜਿਨ ਕਰਕੇ ਦੇਖੋ, ਜੇ ਅਸੀਂ ਆਪਣੇ ਸੱਭਿਆਚਾਰ ਦੇ ਅੰਦਰ ਇਸ ਚੀਜ਼ ਦੀ ਖੁੱਲ੍ਹ ਦਿੰਨੇ ਆ, ਮੰਨ ਲਓ ਜੇ ਸਰੀਰਕ ਸੰਬੰਧਾਂ ਦੀ ਵਿਆਹ ਤੋਂ ਪਹਿਲਾਂ ਨਹੀਂ ਖੁੱਲ੍ਹ, ਅਸੀਂ ਇਹ ਕਹਿ ਦਈਏ ਵੀ ਭਾਈ ਇਸ ਉਮਰ ਤੱਕ ਲੜਕੀ ਲੜਕਾ ਵਿਆਹ ਕਰਾ ਸਕਦੇ ਆ, ਮਾਪੇ ਤਿਆਰ ਹੋਣਗੇ, ਲੜਕੀ ਲੜਕਾ ਆਪਣਾ ਪਾਰਟਨਰ ਚੁਣ ਲੈਣ, ਠੀਕ ਹੈ। ਹੁਣ 14 ਸਾਲ ਦੀ ਉਮਰ, 15 ਸਾਲ ਦੀ ਉਮਰ ਦੇ ਵਿੱਚ ਨਿਆਣਾ ਥੋੜਾ ਜਿਹਾ ਇੰਡੀਪੈਂਡੈਂਟ ਹੋਣ ਲੱਗਦਾ, 17-18 ਤੱਕ ਉਹ ਲਾਇਸੈਂਸ ਲੈਂਦਾ। ਉਹਨੂੰ ਕਹੋ ਵੀ ਤੁਸੀਂ 18 ਸਾਲ ਤੱਕ ਭਾਈ ਆਪਣਾ ਪਾਰਟਨਰ ਚੁਣ ਲਓ, ਠੀਕ ਹੈ। ਸਾਲ ਤੁਹਾਡੇ ਕੋਲ ਹੋਊਗਾ, ਸਾਨੂੰ ਦੱਸੋ ਵੀ 18, 19, 20 ਸਾਲ ਦੀ ਉਮਰ ਤੱਕ ਤੁਹਾਡਾ ਵਿਆਹ ਕਰ ਦਿਆਂਗੇ, ਤੁਸੀਂ ਆਪਣਾ ਇੰਜੋਏ ਕਰੋ, ਠੀਕ ਹੈ। ਹੁਣ ਜੇ ਇਦਾਂ ਹੋਵੇ ਤੇ ਕੀ ਸਾਡੀ ਪਿੰਡਾਂ ਦੇ ਵਿੱਚ ਸਾਡਿਆਂ ਦੇ ਕੋਈ ਲੜਕੀ ਆਪਣੇ ਪਿੰਡ ਦੇ ਮੁੰਡੇ ਦੇ ਨਾਲ, ਆਪਣੇ ਨੇੜੇ ਭੂਆ ਦੇ ਮੁੰਡੇ ਦੇ ਨਾਲ, ਆਪਣੇ ਮਾਮੇ ਦੇ ਮੁੰਡੇ ਦੇ ਨਾਲ ਸਰੀਰਕ ਸੰਬੰਧ ਬਣਾਉਂਦੀ ਫੜੀ ਜਾਊਗੀ? ਕਿ ਉਹਨੂੰ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਮੈਨੂੰ ਤਾਂ ਖੋਲਿਆ, ਮੈਨੂੰ ਤਾਂ ਆਜ਼ਾਦੀ ਆ, ਮੈਨੂੰ ਤਾਂ ਕਹਿ ਦਿੱਤਾ ਵੀ ਨਹੀਂ, ਫਿਰ ਜਦੋਂ ਇਹ ਹੋਊਗਾ, ਫਿਰ ਆ ਜਿਹੜੀ ਜ਼ਬਰਦਸਤੀ ਦੀਆਂ ਗੱਲਾਂ ਇਹ ਆਪੇ ਖਤਮ ਹੋ ਜਾਣੀਆਂ, ਚੋਇਸ ਹੋ ਜਾਣੀਆਂ। ਫਿਰ ਉਹਨੂੰ ਕਾਨੂੰਨੀ ਤੌਰ ਤੇ ਵੀ ਤੁਸੀਂ ਦੇਖਣ ਲੱਗ ਪੈਣਾ, ਔਰ ਦੁਨੀਆ ਨੇ ਨਫ਼ਰਤ ਜਿਹੜੀ ਆ ਆਪਣੇ ਆਪ ਹੀ ਅੰਦਰ ਪੈਦਾ ਹੋ ਜਾਣੀ। ਇਹਨੂੰ ਹੁਣ ਧਰਮ ਨਾਲ ਲਿਜਾ ਕੇ ਜੋੜ ਕੇ ਜਿਹੜਾ ਕਰਨੇ ਵਾਲਾ ਕੰਮ ਹੈ ਸਾਡੇ ਸਾਹਮਣੇ ਆ, ਉਹਨੂੰ ਪੋਸਟਪੋਨ ਕਰ ਰਹੇ ਹਾਂ, ਪਰ ਪਿੱਛੇ ਲਿਜਾ ਕੇ ਜੋੜ ਰਹੇ ਹਾਂ। ਨਹੀਂ, ਆਪਾਂ ਸੋਚੀਏ ਇਹਨੂੰ ਜ਼ਰੂਰ। ਪਰ ਇੱਕ ਗ੍ਰੰਥ ਜਿਹੜਾ ਸਾਡੇ ਵਿਹੜੇ ਦੇ ਵਿੱਚ ਪਿਆ ਹੈ, ਜਿਹਨੂੰ ਤੁਸੀਂ ਅਖੌਤੀ ਦਸ਼ਮ ਗ੍ਰੰਥ, ਜਿਹਨੂੰ ਵਿਚਿੱਤਰ ਨਾਟਕ ਪੁਰਾਣਾ ਨਾਮ, ਸਮੁੰਦ ਸਾਗਰ ਗ੍ਰੰਥ, ਵਿਦਿਆਧਰ ਗ੍ਰੰਥ, ਉਹਦੇ ਵਿੱਚ ਜਦੋਂ ਤੁਸੀਂ ਗੌਤਮ ਦੀ 115ਵਾਂ ਚਰਿੱਤਰ ਹੈ, ਜਦੋਂ ਤੁਸੀਂ ਇਸੇ ਸਟੋਰੀ ਨੂੰ ਉਹਦੇ ਵਿੱਚ ਲੱਭਣ ਚਲੇ ਜਾਂਦੇ ਜੇ, ਇਸੇ ਸਟੋਰੀ ਨੂੰ ਉਹਦੇ ਵਿੱਚ ਜਦੋਂ ਲੱਭੋਗੇ ਤਾਂ ਤੁਹਾਨੂੰ ਪਤਾ ਲੱਗੇਗਾ, ਜਾਏ ਕਹਿਓ ਸੂਰ ਰਾਜ ਜੋ ਭੇਦ ਸਖੀ ਸਮਝਾਏ। ਬੋਲਦੀ ਹੈ ਕੌਣ? ਅਹਿਲਿਆ ਕਹਿੰਦੀ ਹੈ ਇੱਥੇ। ਅਹਿਲਿਆ ਕਹਿੰਦੀ ਜਾਏ ਕਹਿਓ ਸੁਰ ਰਾਜ ਸੋ ਭੇਦ ਸਖੀ ਸਮਝਾਏ, ਸੁਨਤ ਅਹਿਲਿਆ ਕੀ ਬਿਰਥਾ ਰੀਜ ਰਹਿਓ ਸੁਰ ਰਾਏ। ਵੀ ਇਹ ਦਸ਼ਮ ਗ੍ਰੰਥ 115 ਨੰਬਰ ਚਰਿੱਤਰ ਕਹਿੰਦਾ ਏ ਵੀ ਗੁਰਬਾਣੀ ਤੇ ਕਹਿੰਦੀ ਵੀ ਤਿਸ ਦੇਖ ਇੰਦਰ ਲਵਾਇਆ, ਵੀ ਇੰਦਰ ਲਵਾਇਆ ਗਿਆ, ਇੰਦਰ ਦੀ ਗਲਤੀ ਸੀ, ਉਹ ਭੇਸ ਬਦਲ ਕੇ ਆਇਆ। ਪਰ ਅਖੌਤੀ ਦਸ਼ਮ ਗ੍ਰੰਥ ਗੁਰਬਾਣੀ ਤੋਂ ਉਲਟ ਗੱਲ ਕਰਦਾ, ਕਹਿੰਦਾ ਇੰਦਰ ਨਹੀਂ, ਸਗੋਂ ਅਹਿਲਿਆ ਨੇ ਆਪਣੀ ਸਹੇਲੀ ਨੂੰ ਭੇਜ ਕੇ ਇੰਦਰ ਵੱਲ ਤੇ ਉਹਨੂੰ ਬੁਲਵਾਇਆ। ਕਾਰਨ ਸਿੱਖੋ, ਤੁਹਾਡੇ ਅੰਦਰ ਜਿਹੜੀ ਸੰਸਕ੍ਰਿਤੀ ਦੇ ਕਰਕੇ ਇਹਨਾਂ ਬਲਾਤਕਾਰਾਂ ਦਾ ਜਨਮ ਹੋਇਆ, ਉਹ ਸੰਸਕ੍ਰਿਤੀ ਜਾਣੀ ਹੁਣ ਨਹੀਂ। ਪ੍ਰਭਦੀਪ ਨੂੰ ਕੋਈ ਪੁੱਛੇ ਵੀ ਜਿਹੜੀ ਗੱਲ ਪਹਿਲਾਂ ਉਹ ਹਿੰਦੂਆਂ ਦੇ ਗ੍ਰੰਥਾਂ ਨੇ ਲਿਖੀ ਆ, ਕੀ ਉਹ ਠੀਕ ਆ? ਜੇ ਉਹ ਠੀਕ ਨਹੀਂ ਹੈਗੀ ਤਾਂ ਫਿਰ ਜਿਹੜੀ ਦਸਮ ਗ੍ਰੰਥ ਵਾਲੀ ਆ ਉਹ ਠੀਕ। ਦੋਹਾਂ ਗੱਲਾਂ ਨੂੰ ਤੁਸੀਂ ਭਾਈ ਕਰੀ ਜਾਂਦੇ ਆ, ਪਰ ਸਵਾਲ ਇਹ ਆ ਵੀ ਗੁਰਬਾਣੀ ਦੇ ਵਿੱਚ ਗੱਲਾਂ ਇਸ ਕਰਕੇ ਲਿਖੀਆਂ ਗਈਆਂ, ਕਿਉਂ ਸਾਨੂੰ ਲੱਗਦਾ ਵੀ ਗੁਰਬਾਣੀ ਇਹ ਸੋਚ ਕੇ ਗੁਰੂ ਸਾਹਿਬ ਨੇ ਲਿਖੀ ਆ, ਇਸ ਮਕਸਦ ਨਾਲ ਲਿਖੀ ਆ, ਠੀਕ ਆ। ਸਾਡੇ ਨਾਲ ਸਰੋਤੇ ਆ ਜੀ, ਇੱਕ ਪ੍ਰਭਦੀਪ ਦੀ ਗੱਲ ਅਗਰੀ ਕਰਨ ਤੋਂ ਪਹਿਲਾਂ। ਹਾਂਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਗੁਰਫਤਿਹ ਜੀ। ਹਾਂਜੀ, ਉਹ ਜਿਹੜੇ ਲੱਗੇ ਸੀ ਲਾਈਵ ਹੋ ਕੇ ਆਪਣੇ ਗਿਆਨੀ ਜੀ। ਹਾਂਜੀ, ਗੁਰਤੇਜ ਸਿੰਘ ਹੁਣੀ। ਹਾਂਜੀ, ਉਹ ਕਹਿੰਦੇ ਵੀ ਜਿਹੜੇ ਸਰਕਾਰ ਨੇ ਨਾ, ਮਤਲਬ ਬਦਲਾ ਲੈਣ ਵਾਸਤੇ ਜਰਨੈਲ ਸਿੰਘ ਨੇ ਕੀ ਕੀਤਾ ਸੀ ਵੀ ਸਰਕਾਰ ਦੀਆਂ ਪੁਆਟਣੀਆਂ ਖਵਾਤੀਆਂ ਉਦੋਂ 84 ਦੇ ਵਿੱਚ। ਅੱਛਾ। ਤੇ ਉਹ ਮਤਲਬ ਛੱਲੀਆਂ ਵਾਂਗੂ ਭੁੰਨ ਸਿੱਟੇ ਉਹਨਾਂ ਦੇ ਬੰਦੇ ਦਰਬਾਰ ਸਾਹਿਬ ਦੇ ਵਿੱਚ।
ਜਿਹੜਾ ਕਿੱਲ ਉਹਨਾਂ ਨੇ ਗੱਡਿਆ ਸੀ ਭਾਰਤ ਮਾਤਾ ਦੇ ਹਿੱਕ ਦੇ ਵਿੱਚ, ਅੱਜ ਵੀ ਗੱਡਿਆ ਪਿਆ ਉਵੇਂ, ਤੇ ਉਹਦਾ ਬਦਲਾ ਲੈਣ ਵਾਸਤੇ ਤੇ ਉਹਨਾਂ ਨੇ ਟੀਮ ਤਿਆਰ ਕੀਤੀ। ਅੱਛਾ ਜੀ। ਕਿਉਂਕਿ ਜਿਹੜਾ ਯਾਦਵਿੰਦਰ ਸਿੰਘ ਦਾ ਫੋਨ ਆ, ਇਹ ਸਾਡੀ ਪਹੁੰਚ ਤੋਂ ਦੂਰ ਨਹੀਂ ਹੈਗਾ ਵੀ ਇਦਾਂ ਜੇ ਕਹੂਗਾ ਵੀ ਇਦਾਂ ਫੋਨ ਕੱਟ ਹੋ ਗਿਆ ਤਾਂ ਸਾਤੋਂ ਫੜ ਨਹੀਂ ਹੋਣਾ ਵੀ ਕੌਣ ਆ। ਵੱਖਰੇ ਨੰਬਰ ਤੋਂ ਵੀ ਫੋਨ ਆਵੇ ਫਿਰ ਵੀ ਆਵਾਜ਼ ਤੋਂ ਤਾਂ ਪਤਾ ਲੱਗ ਜਾਂਦਾ ਨਾ। ਹਾਂਜੀ 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 ਉਹ ਕਹਿੰਦੇ ਵੀ ਉਹਦਾ ਬਦਲਾ ਲੈਣ ਵਾਸਤੇ ਜਿਹੜਾ ਹੈਗਾ ਉਹਨਾਂ ਨੇ ਟੀਮ ਤਿਆਰ ਕੀਤੀ ਆ ਤੇ ਸਰਕਾਰ ਨੇ ਸਾਰੇ ਹੀ ਬੰਦੇ। ਹਾਂਜੀ। ਅੱਛਾ। ਉਹ ਹਰਨੇਕ ਸਿੰਘ ਹੈ ਜਿਹੜਾ, ਉਹ ਇਹ ਇੱਕ ਬੰਦਾ, ਇੱਕ ਢੱਡਰੀਆਂ ਵਾਲਾ ਵੀ, ਜਿਹੜਾ ਆਪਾਂ ਨੂੰ ਪਤਾ ਵੀ ਕਿੱਥੋਂ ਬੋਲਦਾ। ਇਹੀ ਰਾਹ ਆ, ਇੱਕੋ ਇੱਕ ਰਾਹ ਬਚਦਾ ਸੀ ਟਕਸਾਲ ਕੋਲ, ਹੋਰ ਕੋਈ ਜਵਾਬ ਨਹੀਂ ਇਹਨਾਂ ਦੇ ਕੋਲ। ਹਾਂਜੀ। ਹਨਾ। ਹਾਂਜੀ। ਤੇ ਉਹ ਕਹਿੰਦਾ ਵੀ ਪੰਥਪ੍ਰੀਤ, ਧੁੰਦਾ ਤੇ ਮਾਝੀ, ਇਹ ਸਾਰੇ ਬੰਦੇ ਕਹਿੰਦਾ ਇਹਨਾਂ ਤੇ ਯਕੀਨ ਨਾ ਕਰਿਓ, ਇਹ ਇੱਕੋ ਹੀ ਟੀਮ ਹੈ ਸਾਰੀ। ਭਰਾਵੋ ਰਹਿਣ ਦਿਓ ਇੱਕ ਮਿੰਟ ਇਹਨਾਂ ਨੂੰ। ਉਹ ਇਹਦਾ ਨਾਂ ਗੁਰਤੇਜ ਸਿੰਘ ਹੀ ਆ ਨਾ ਇਹਦੇ ਨਾਲ, ਮੇਰੇ ਖਿਆਲ ਡਾਕਟਰ ਗੁਰਤੇਜ ਸਿੰਘ ਕਰਕੇ ਕੁਛ ਹੈਗਾ ਤੇ ਲਿਖਿਆ ਨਹੀਂ ਹੁੰਦਾ ਸੀ। ਨਹੀਂ ਉਹੀ ਆ ਬੰਦਾ। ਜਦੋਂ ਉੱਥੇ ਹੋਇਆ ਆਪਣੇ ਸੈਨ ਹੋਜ਼ੇ, ਜਿਹੜਾ ਟਕਸਾਲੀਆਂ ਨੇ ਵਿਰੋਧ ਕੀਤਾ ਸੀ ਨਾ, ਠੀਕ ਆ। ਹਾਂਜੀ। ਉਦੋਂ ਇਹਨੇ ਤਿਆਰੀ ਕਰਵਾਈ ਸੀ ਤੇ ਉਦਾਂ ਸੈਮੀਨਾਰਾਂ ਵਗੈਰਾ ਦੇ ਵਿੱਚ ਬਹੁਤਿਆਂ ਦੇ ਵਿੱਚ ਇਹੀ ਉੱਥੇ ਸਟੇਜ ਸੈਕਟਰੀ ਹੁੰਦਾ ਆ। ਇਹਨੂੰ ਬੇਨਤੀ ਆ ਭਰਾਵਾ ਵੀ ਦੇਖ, ਜਿਹੜਾ ਨਾ ਜਿਹੜੀ ਏਜੰਸੀਆਂ ਨਾਲ ਹੈਗੀ ਮੇਰੀ ਗੱਲ ਇਕੱਲੇ ਦੀ, ਮੈਂ ਏਦਾਂ ਪੰਥਪ੍ਰੀਤ ਹੁੰਦੇ ਨਹੀਂ ਹੋਣ ਦਿੱਤੀ। ਉਹ ਤਾਂ ਐਵੇਂ, ਉਹ ਤਾਂ ਅਸੀਂ ਉਹਨਾਂ ਨੂੰ ਨਾਲ ਕਿੱਥੇ ਬਹਿਣ ਦੇਣਾ, ਉਹ ਤਾਂ ਬੰਦੇ ਗਦਾਰ ਆ। ਨਹੀਂ ਇਹ ਕਹਿੰਦਾ ਵੀ ਇਹ ਤਾਂ ਹਰਨੇਕ ਤਾਂ ਬੁਲਾਰਾ ਉਹਨਾਂ ਦਾ। ਅੱਛਾ, ਇਹ ਇਦਾਂ ਕਹਿੰਦਾ। ਉਹ ਤੁਹਾਡੀ ਪਲਾਨ ਕਹਿੰਦਾ ਉਹਨਾਂ ਦੀ ਆ, ਮਤਲਬ ਇਹਨਾਂ ਨੇ ਉਹਨੂੰ ਬੋਲਣ ਲਾਇਆ ਹੋਇਆ ਵੀ ਦੇਖ ਮਾੜਾ ਜਿਹਾ ਬੋਲ ਕੇ ਵੀ ਕੀ। ਮੈਂ ਤਾਂ ਮਸ਼ਹੂਰ ਹੋਣਾ ਚਾਹੁੰਦਾ ਸੀ ਵੀ ਮੈਂ ਕਹਾਂ ਵੀ ਮੇਰੀ ਗੱਲ ਆ ਸਿੱਧੀ। ਨਹੀਂ ਉਹ ਕਹਿੰਦਾ ਵੀ ਇਹ ਪਲਾਨ ਇਹਨਾਂ ਦੀ ਆ, ਹਰਨੇਕ ਇਹਨਾਂ ਦਾ ਬੁਲਾਰਾ। ਅੱਛਾ, ਪੰਥਪ੍ਰੀਤ ਤਾਂ ਧੁੰਦੇ ਦੀ ਆ ਹਨਾ। ਉਹ ਬਤਾ ਦੇਣੇ ਦੂਜੇ ਉਹਨਾਂ ਦਾ ਵੀ ਵਿੱਚ ਹੀ ਨਾਮ ਪ੍ਰਭਦੀਪ ਵਰਗਿਆਂ ਦਾ, ਉਹ ਕਹਿੰਦਾ ਉੱਤੋਂ ਬੋਲਦੇ ਆ ਇਹ। ਅੱਛਾ, ਇਹ ਮੈਂ ਮਿਲੀ ਭੁਗਤਿਆ ਸਾਡੀ ਜਾਣੀ। ਫੇਰ ਇੱਕ ਕੰਮ ਕਰੀਏ, ਮੈਂ ਕਹਿੰਦਾ ਗਾਂ ਪ੍ਰਭਦੀਪ ਤੇ ਟਾਈਮ ਨਾ ਖਰਾਬ ਕਰੀਏ ਆਪਾਂ ਹਨਾ ਬਹੁਤਾ। ਜਿਹੜਾ ਗੁਰਦਰਸ਼ਨ ਸਿੰਘ ਢਿੱਲੋਂ ਆ ਉਹ ਵੀ। ਅੱਛਾ, ਉਹ ਵੀ ਨਾਲ ਹੀ ਆ ਸਾਡੇ। ਹਾਂ, ਕਾਲਾ ਅਫਗਾਨਾ ਕਹਿੰਦਾ ਹੁਣ ਨਿਕਲ ਗਿਆ ਇਹਨਾਂ ਚੋਂ। ਚਲੋ ਉਹ ਤਾਂ ਕਰਦਾ ਨਾ ਗਧੇ ਆ ਟਕਸਾਲੀ ਤੋਂ, ਇਹਨਾਂ ਨੂੰ ਕਿੱਥੇ ਅਕਲ ਇਹਨਾਂ ਨੂੰ। ਹੁਣ ਇਹਨਾਂ ਗੱਲਾਂ ਤੇ ਇਹਨਾਂ ਨਾਲ ਵਿਚਾਰ ਵੀ ਕੀ ਕਰਾਂਗੇ ਅਸੀਂ ਕਿ ਨਹੀਂ। ਹਾਂਜੀ ਉਹ ਕਹਿੰਦਾ ਵੀ ਸੰਗਤ ਨੂੰ ਬੇਨਤੀ ਆ ਵੀ ਇੱਕੋ ਹੀ ਹੱਲ ਹੈ ਇਹਨਾਂ ਦਾ, ਵੀ ਜਿਹੜੇ ਵੀ ਇਹਨਾਂ ਨਾਲ ਸੰਬੰਧਿਤ ਬੰਦੇ ਆ ਉਹਨਾਂ ਨੂੰ ਕਿਤੇ ਵੀ ਸਟੇਜ ਤੇ ਨਾ ਬੋਲਣ ਦਿੱਤਾ ਜਾਵੇ। ਠੀਕ ਹੈ, ਮੈਨੂੰ ਨਾ ਟਾਈਮ ਦਿਓ ਤੁਸੀਂ। ਸੰਗਤ ਨੇ ਕਹਿੰਦਾ ਕਿਵੇਂ ਕਰਨਾ ਹੈ, ਹੁਣ ਸੰਗਤ ਤੇ ਡਿਪੈਂਡ ਕਰਦਾ, ਪਰ ਇਹਦਾ ਹੱਲ ਇੱਕੋ ਹੀ ਆ। ਤੇ ਆ ਅੰਦਾਜ਼ਾ ਲਾ ਲਓ ਜੀ, ਸਰੋਤਿਆਂ ਨੂੰ ਬੇਨਤੀ ਆ ਵੀ ਇਹ ਆ ਦਿਮਾਗ, ਇਹ ਆ ਥਿੰਕ ਟੈਂਕ ਸਾਡੀ ਕੌਮ ਦੇ। ਜਦੋਂ ਮੂਹਰੇ ਸਮੱਸਿਆ ਆਉਂਦੀ ਆ ਨਾ, ਉਹਦੇ ਨਾਲ ਨਜਿੱਠਣ ਲਈ ਏਦਾਂ ਸੋਚਦੇ ਆ ਵੀ ਸਿੱਧਾ ਇੱਕਦਮ ਸਿੱਧਾ ਏਜੰਸੀਆਂ ਦੇ ਨਾਲ ਜੋੜ ਕੇ ਛੁਟਕਾਰਾ ਪਾ ਲਿਆ। ਹੁਣ ਕੀ ਹੋਵੇ ਕਿ ਮੈਨੂੰ ਹੁਣ ਇਹ ਵਿਦਵਾਨਾਂ ਨੂੰ ਤਾਂ ਕੁਝ ਨਹੀਂ ਕਰਨਾ ਪੈਣਾ। ਹੁਣ ਲੋਕ ਲੜੀ ਜਾਣ, ਬਸ ਇਹ ਸੁਰਖਰੂਗਾ ਵੀ ਅਸੀਂ ਗੱਲਾਂ ਦਾ ਜਵਾਬ ਹੀ ਕਿਉਂ ਦੇਣਾ। ਹੁਣ ਇਹਨੂੰ ਗੁਰਤੇਜ ਸਿੰਘ ਨੂੰ ਬੇਨਤੀ ਆ, ਭਰਾਵਾ ਹਰਨੇਕ ਦਾ ਹੈਗਾ ਏਜੰਸੀਆਂ ਦਾ ਬੰਦਾ। ਇੱਕ ਗੱਲ ਦਾ ਖਿਆਲ ਕਰੀ, ਜਿਹੜਾ ਭਿੰਡਰਾਂ ਵਾਲੇ ਦਾ ਮੁੰਡਾ ਆ ਈਸ਼ਰ ਸਿੰਘ, ਉਹਦੇ ਕੋਲ ਇਹ ਟਕਸਾਲੀਆਂ ਨੂੰ ਬੇਨਤੀ ਆ ਗੁਰਤੇਜ ਸਿੰਘ ਦੇ ਸਵਾਲ ਸਾਡਾ ਪਹੁੰਚਾ ਦੇਵੇ ਪਈ ਤੇਰੇ ਏਜੰਸੀਆਂ ਦੇ ਨਾਲ ਸਾਡੇ ਸੰਬੰਧ ਬਣਾਉਣ ਦੇ ਨਾਲ ਵੀ ਸਾਡਾ ਕੀ ਨੁਕਸਾਨ ਹੋਊਗਾ ਆਉਣ ਵਾਲੇ ਸਮੇਂ 'ਚ, ਉਹ ਲੱਭ ਲਿਓ ਤੁਸੀਂ। ਪਰ ਇੱਕ ਦੱਸਿਓ ਵੀ ਜਿਹੜਾ ਭਿੰਡਰਾਂ ਵਾਲੇ ਦਾ ਮੁੰਡਾ ਆ ਈਸ਼ਰ ਸਿੰਘ, ਉਹਦੇ ਕੋਲ ਜਿਹੜਾ ਉਹਨੂੰ ਹਥਿਆਰ ਦਿੱਤਾ ਗਿਆ ਆ, ਜਿਹੜਾ ਉਹਦੇ ਕੋਲ ਪਿਸਟਲ ਆ ਜੋ ਵੀ ਆ, ਉਹ ਪੰਜਾਬ ਦੇ ਵਿੱਚ ਕਿੰਨੇ ਕੁ ਲੀਡਰਾਂ ਦੇ ਕੋਲ, ਕਿੰਨੇ ਕੁ ਬੰਦਿਆਂ ਦੇ ਕੋਲ ਆ, ਸੈਂਟਰ ਤੋਂ ਮਿਲਦਾ ਆ ਉਹਦਾ ਸਰਟੀਫਿਕੇਟ, ਸੈਂਟਰ ਦੀ ਸਰਕਾਰ ਇਸ਼ੂ ਕਰਦੀ ਆ। ਜਿਹੜਾ ਪੰਜਾਬ ਦੇ ਵਿੱਚ ਮਨਿੰਦਰ ਸਿੰਘ ਬਿੱਟੇ ਨੂੰ, ਜਿਹੜਾ ਜਿਹਨੂੰ ਅੱਤਵਾਦੀ ਫਰੰਟ ਬਣਾਇਆ ਸੀ ਨਾ, ਉਸ ਪੱਧਰ ਦਾ ਹਥਿਆਰ ਭਿੰਡਰਾਂ ਵਾਲੇ ਦੇ ਮੁੰਡੇ ਕੋਲ ਆ, ਈਸ਼ਰ ਸਿੰਘ ਕੋਲ। ਠੀਕ ਹੈ, ਹੁਣ ਲੱਭ ਲਿਓ ਪਏ ਏਜੰਸੀਆਂ ਕਿੱਥੇ ਆ।
ਲਾਇਸੈਂਸ ਤਾਂ ਨਾਰਮਲ ਵੀ ਉਹਨਾਂ ਦੇ ਕਿਵੇਂ ਬਣ ਦੇ ਸਕਦੀ ਹੈ ਸਰਕਾਰ? ਹਾਂ ਨਹੀਂ ਲਾਇਸੈਂਸ ਵੀ ਉਹ ਤਾਂ ਮਿਨਿਸਟਰਾਂ ਕੋਲ ਹੈ ਨਹੀਂ। ਵੱਧ ਤੋਂ ਵੱਧ ਪੰਜਾਬ ਵਿੱਚ ਹੀ 10-12 ਬੰਦਿਆਂ ਕੋਲੋਂ ਹੋਊਗਾ ਮੈਕਸਿਮਮ। ਠੀਕ ਹੈ ਜੀ। ਏਦਾਂ ਹਰੇਕ ਮਿਨਿਸਟਰ ਨੂੰ ਨਹੀਂ ਮਿਲਦਾ ਉਹ। ਠੀਕ ਹੈ ਜੀ। ਇਹ ਨਹੀਂ ਵੀ ਜੇ ਹੁਣ ਭਾਜਪਾ ਦੀ ਸਰਕਾਰ ਹੈ ਤਾਂ ਸਾਰਿਆਂ ਨੂੰ ਦੇ, ਉਹਦੇ ਪਿੱਛੇ ਕੋਈ ਨਾ ਕੋਈ ਉਹਨਾਂ ਨੂੰ ਜਸਟੀਫਾਈ ਕਰਨਾ ਪੈਂਦਾ ਵੀ ਕਿਉਂ ਆ। ਉਹ ਪਿੰਡਰ ਵਾਲੇ ਦੇ ਮੁੰਡੇ ਨੂੰ ਮਿਲਿਆ ਆ। ਜਿਹੜੇ ਬੰਦੇ ਮਾਲਵੇ ਦੇ ਏਰੀਏ ਦੇ ਹੈਗੇ ਆ ਨਾ, ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਉਹਨਾਂ ਦੋਹਾਂ ਦਾ ਈਸ਼ਰ ਹੋਣਾ ਦਾ ਕਿਰਦਾਰ ਕਿਹੋ ਜਿਹਾ ਸੀ। ਜਲੰਧਰ ਦੇ ਵਿੱਚ ਕੋਈ ਪ੍ਰਾਪਰਟੀ ਨਹੀਂ ਹੋਣੀ ਜਿਹਦੀ ਡੀਲ ਇਹਦੀ ਮਰਜ਼ੀ ਤੋਂ ਬਿਨਾਂ ਹੋ ਜਵੇ। ਮਲਕੀਤ ਸਿੰਘ ਕੀਤੂ ਸੀਗਾ, ਉਹਨੂੰ ਖਾੜਕੂ ਮਾਰਨੇ ਨੂੰ ਫਿਰਦੇ ਸੀ, ਉਹਨੂੰ ਬਚਾਉਣ ਦੇ ਲਈ ਉਹ ਭਿੰਡਰਾਂ ਵਾਲੇ ਦੇ ਸਹੁਰਿਆਂ ਦਾ ਆ। ਭਿੰਡਰਾਂ ਵਾਲੇ ਦੀ ਪਤਨੀ ਉਹਨੂੰ ਕਿੰਨਾ ਚਿਰ ਬਚਾਉਂਦੀ ਰਹੀ ਆ, ਕਿਹਨੂੰ ਨਹੀਂ ਪਤਾ ਉਸ ਇਲਾਕੇ ਦੇ ਵਿੱਚ। ਹੁਣ ਜਾਣੀ ਚੱਕ ਕੇ ਤੁਸੀਂ ਇੰਨਾ ਕਰਕੇ ਏਜੰਸੀਆਂ ਨਾਲ ਜੋੜ ਕੇ ਰਾਹ ਪਾਓ, ਬੱਲੇ ਤੁਹਾਡੇ, ਸ਼ਾਬਾਸ਼। ਨਹੀਂ ਵਧੀਆ ਜੀ। ਇਹ ਤੋਂ ਇੱਕ ਚੀਜ਼ ਯਾਦਵਿੰਦਰ ਸਿੰਘ ਸਾਬਤ ਹੁੰਦੀ ਆ ਆਪਦਾ ਪਈ ਇਹਨਾਂ ਦਾ, ਕਿਉਂਕਿ ਮੈਨੂੰ ਮੇਰੇ ਬਾਰੇ ਪਤਾ ਆ। ਮੈਨੂੰ ਦੁਨੀਆ ਕੱਖ ਹੁਣ ਕੋਈ ਮੈਨੂੰ ਕੋਈ ਇਹ ਕਹਿਦਾ ਹੈ ਵੀ ਦੇਖੋ ਜੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਕੋਈ ਕਹੇ ਪੰਥਪ੍ਰੀਤ, ਕੋਈ ਕਹੇ ਧੁੰਦਾ ਵੀ ਪੰਥਪ੍ਰੀਤ ਬਾਹਮਣ ਪਰਿਵਾਰ ਵਿੱਚੋਂ ਇਦਾਂ ਆਇਆ ਸੀ, ਹਰਨੇਕ ਤੁਸੀਂ ਭਰੋਸਾ ਗਲਤ ਕਰ ਲਿਆ। ਇਹ ਗੱਲ ਉਹ ਜੋ ਮਰਜ਼ੀ ਕਹਿਦਾ। ਜਿਹੜਾ ਮੇਰਾ ਆਪਣਾ ਆਪ ਆ ਉਹ ਮੈਨੂੰ ਤਾਂ ਪਤਾ ਆ ਨਾ ਵੀ ਮੇਰੇ ਕਿਹਦੇ ਨਾਲ ਸੰਬੰਧ ਆ ਜਾਣੀ। ਹੁਣ ਉਹ ਜਿਹੜੇ ਬੰਦੇ 6-6 ਸਾਲ ਮੇਰੀਆਂ ਈਮੇਲਾਂ ਸਾਰਾ ਕੁਝ ਜਾਣੀ ਜਿਨ੍ਹਾਂ ਦੇ ਹੱਥਾਂ 'ਚ ਰਿਹਾ, ਉਹ ਤੋਂ ਬਾਅਦ ਵੀ ਜੇ ਹੁਣ ਇਹ ਬੰਦੇ ਇਦਾਂ ਇਸ ਪੱਧਰ ਦੀਆਂ ਲਾਉਂਦੇ ਆ ਤੂਹਮਤਾਂ। ਨਾਲੇ ਬਾਕੀ ਇੱਕ ਗੱਲ ਦੱਸ ਦਿੰਨੇ ਆ ਜੀ, ਇਹ ਜਿਹੜੇ ਜਾਗਰੂਕ ਆ ਨਾ, ਇਹਨਾਂ ਨੂੰ ਬੇਨਤੀ ਆ ਤੁਸੀਂ ਜਿੱਥੇ ਮਰਜ਼ੀ ਭੱਜ ਲਿਓ। ਜੇ ਸਿਆਣੇ ਆ ਤਾਂ ਆਹ ਜਿਹੜਾ ਹੁਣ ਨਾ ਇਹ ਬੂਟਾ ਪੱਟ ਹੋਣ ਲੱਗਾ, ਉਹਦੇ ਵਿੱਚ ਕੁਝ ਨਹੀਂ ਕਰ ਸਕਦੇ ਤਾਂ ਚੁੱਪ ਰਹਿ ਜਾਣ। ਇਹ ਉਹ ਤਾਂ ਅਸੀਂ ਕਿਹਾ ਸੀ ਯਾਦਵਿੰਦਰ ਸਿੰਘ ਵੀ ਇਹਨਾਂ ਨੇ ਟਕਸਾਲੀ ਬਣ ਜਾਣਾ, ਪਰ ਮੈਂ ਗਰੰਟੀ ਦਿੰਦਾ ਇਹਨਾਂ ਦੇ ਤਾਂ ਛਿੱਤਰ ਵੀ ਨਹੀਂ ਮਾਰਨੇ ਉਹਨਾਂ ਨੇ। ਹਾਂਜੀ ਨਹੀਂ, ਉਹ ਕਹਿੰਦਾ ਵੀ ਇਹ ਛਿੱਤਰਾਂ ਤੋਂ ਡਰਦੇ ਨਹੀਂ ਬੋਲਦੇ ਜਿਹੜੇ ਧੁੰਦੇ ਪੰਥਪ੍ਰੀਤ ਕਰਕੇ ਆ। ਅੰਦਰ ਇਹਨਾਂ ਦੇ ਵੀ ਇੱਥੇ ਖੁਸ਼ੀ ਹੈ। ਇਹਨਾਂ ਤੇ ਕਹਿੰਦਾ ਕਦੇ ਵੀ ਭਰੋਸਾ ਨਾ ਕਰਿਓ। ਨਹੀਂ ਵਧੀਆ ਆ ਕੋਈ ਨਹੀਂ, ਸਾਨੂੰ ਨਹੀਂ ਪਰਵਾਹ ਜੀ। ਸਾਨੂੰ ਕਿਹੜਾ ਸਰਟੀਫਿਕੇਟ ਦਿੰਦੇ, ਅਸੀਂ ਇਹਨਾਂ ਤੋਂ ਥੋੜੀ ਸਰਟੀਫਿਕੇਟ ਲੈਣਾ। ਸਾਨੂੰ ਪਤਾ ਅਸੀਂ ਕੀ ਕਰਦੇ ਆ। ਅਸੀਂ ਤਾਂ ਏਜੰਸੀਆਂ, ਮੈਂ ਕਹਿੰਦਾ ਜਿਹੜੇ ਕੰਮ ਟਕਸਾਲ ਕਰਦੀ ਆ, ਹੁਣ ਸਾਨੂੰ ਇਸ ਗੱਲ ਦਾ ਜਵਾਬ ਨਹੀਂ ਦਿੱਤਾ। ਜੇ ਬਲਜੀਤ ਕੌਰ ਦੇ ਗੁਪਤ ਅੰਗ ਦੇ ਵਿੱਚ ਸਰੀਏ ਧਸਾ ਕੇ ਤੇ ਉਹਦੀ ਛਾਤੀ ਕੱਟ ਕੇ ਇਹ ਕਰਨਾ ਪੰਥ ਦਾ ਸ਼ਹੀਦ ਹੋਣਾ ਆ, ਮਹਾਨ ਹੋਣਾ ਆ, ਤਾਂ ਲਾਹਣਤ ਆ ਇਹੋ ਜਿਹੇ ਪੰਥ ਦੇ ਤੇ ਲਾਹਣਤ ਆ ਇਹੋ ਜਿਹਾ ਸ਼ਹੀਦ ਹੋਣ ਦੇ। ਜਿਹੜੇ ਕੰਮ ਟਕਸਾਲ ਕਰਦੀ ਆ, ਜਿਹੜੀ ਇਹਨਾਂ ਦੀ ਗੁੰਡਾਗਰਦੀ ਆ, ਜੇ ਇਹ ਸਿੱਖ ਹੋਣਾ ਆ ਤੇ ਮੈਂ ਸਿੱਖ ਨਹੀਂ ਹੈਗਾ, ਨਾ ਮੈਂ ਸਿੱਖ ਬਣਨਾ ਚਾਹੁੰਦਾ। ਲਾਹਣਤ ਆ ਸਾਡੇ ਸਿੱਖ ਹੋਣ ਦੇ। ਅਸੀਂ ਏਜੰਸੀਆਂ ਦੇ ਮੈਂ ਕਹਿੰਦਾ ਲੱਖ ਇੱਕ ਵਾਰ ਨਹੀਂ ਲੱਖ ਵਾਰ ਅਸੀਂ ਸਟੇਟ ਦੇ ਨਾਲ ਮਿਲ ਕੇ, ਹਿੰਦੁਸਤਾਨ ਦੀ ਮੈਂ ਕਹਿੰਦਾ ਸਰਕਾਰ ਨਾਲ ਮਿਲ ਕੇ ਵੀ ਸਾਨੂੰ ਕੰਮ ਕਰਨਾ ਪਵੇ। ਇਹਨਾਂ ਨਾਲੋਂ ਤਾਂ ਲੱਖ ਦਰਜੇ ਬਿਹਤਰ ਆ ਯਾਰ। ਅਸੀਂ ਇੰਨੀਆਂ ਗਾਲਾਂ ਮਤਲਬ ਕੀ ਪ੍ਰੋਬਲਮ ਹੈ ਹਿੰਦੂ ਧਰਮ ਦੇ ਵਿੱਚ? ਕਿਹੜੀ ਜੇ ਆਹ ਕੁਛ ਸੀਗਾ ਸਿੱਖ ਧਰਮ ਤੇ ਕੋਈ ਪੁੱਛੇ ਗੁਰੂ ਨਾਨਕ ਦੇਵ ਜੀ ਨੂੰ ਕੀ ਪ੍ਰੋਬਲਮ? ਜੋ ਕੁਛ ਨਹੀਂ ਕਿਰਪਾਨ ਨੂੰ ਬਣਾ ਕੇ ਰੱਖ ਦਿੱਤਾ। ਹਾਂਜੀ, ਕੋਈ ਜੇ ਅੱਜ ਪੁੱਛੇ ਗੁਰੂ ਨਾਨਕ ਦੇਵ ਜੀ ਨੂੰ ਵੀ ਤੁਸੀਂ ਦੱਸੋ ਜਨੇਊ ਚ ਪ੍ਰੋਬਲਮ ਕੀ ਸੀ, ਉਹਦੇ ਨਾਲੋਂ 10 ਗੁਣਾ ਜ਼ਿਆਦਾ ਤਾਂ ਇਹਨਾਂ ਚ ਆ ਗਈਆਂ ਆ। ਬਿਲਕੁਲ ਜਿੱਦਾਂ ਬਾਹਾਂ ਮਾਂਜਦੇ ਆ, ਜੋ ਬਾਹਾਂ ਮਾਂਜਦੇ, ਜੋ ਕੁਛ ਕਰਦੇ ਆ, ਜਿਹੜੀ ਅਸ਼ਲੀਲਤਾ ਦੀ ਗੱਲ ਆ, ਜਿਹੜੀ ਉਹਨਾਂ ਦੇ ਦੇਵਤਿਆਂ ਨੂੰ ਭੰਡਣ ਦੀ ਗੱਲ ਆ। ਕੀ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ ਵਰਗੇ, ਠਾਕਰ ਸਿੰਘ ਵਰਗੇ, ਜਰਨੈਲ ਸਿੰਘ ਭਿੰਡਰਾਂ ਵਾਲੇ ਵਰਗੇ ਜਿੱਦਾਂ ਉਹ ਦੇਵਤਿਆਂ ਦੀ ਪੂਜਾ ਕਰਦੇ ਉਹਦੇ ਨਾਲੋਂ ਘਟਿਆ ਇਹ? ਹਿੰਦੂ ਹੀ ਹੈ ਜੀ ਇਹ ਗੁੰਡੇ। ਮਤਲਬ ਬੱਚਿਆ ਕੀ ਸਾਨੂੰ ਇਹਦੇ ਨਾਲ ਅਸੀਂ ਕਾਹਤੇ ਝਗੜਾ ਪਿਆ? ਸਾਨੂੰ ਹਿੰਦੂ ਰਹਿਣ ਚ ਕੀ ਪ੍ਰੋਬਲਮ ਹੈ ਸਾਨੂੰ? ਉਹ ਹੀ ਜਿਵੇਂ ਉਹਨਾਂ ਦੇ ਧਾਰਮਿਕ ਕਰਮ ਹੈ ਉਵੇਂ ਹੀ ਇਹ ਹੈ। ਸਿੱਖ ਬਣ ਕੇ ਵੀ ਜਿਹੜਾ ਨਿਤਨੇਮ ਕਰਨਾ, ਜਿੰਨੇ ਹੈਗਾ ਸਾਰਾ ਸਿਸਟਮ, ਉਸ ਤੋਂ ਬਾਅਦ ਗਾਲਾਂ ਕੱਢਣੀਆਂ ਤੇ ਏਦਾਂ ਗੁੰਡਾਗਰਦੀ ਕਰਨੀ ਤਾਂ ਫਿਰ ਤਾਂ ਫਰਕ ਤਾਂ ਕੋਈ ਵੀ ਨਹੀਂ। ਇੱਕ ਹੋਰ ਗੱਲ ਦੱਸੋ, ਜਦੋਂ ਗੁਰੂ ਸਾਹਿਬ ਨੇ ਹਿੰਦੂ ਧਰਮ ਤੋਂ ਗੁਰੂ ਸਾਹਿਬ ਵੱਖਰੇ ਹੋਏ ਹੋਣਗੇ, ਹਾਂਜੀ, ਕਿਤੇ ਮਿਲਦਾ ਰਿਕਾਰਡ ਵਿੱਚ ਵੀ ਏਦਾਂ ਮਾਮਾ ਭੈਣਾਂ ਨੂੰ ਗਾਲਾਂ ਕੱਢੀਆਂ ਹੋਣਗੀਆਂ, ਉਹਨਾਂ ਨੂੰ ਛਿੱਕਿਆ ਹੋਊਗਾ ਏਦਾਂ?
ਮਤਲਬ ਕੋਈ ਕਿਤੇ ਇਦਾਂ ਦਾ ਇਤਿਹਾਸ ਨਹੀਂ ਮਿਲਿਆ ਵੀ ਗੁਰੂ ਨਾਨਕ ਪਾਤਸ਼ਾਹ ਦੇ ਟੱਬਰ ਨੂੰ ਰੋਟੀ ਨਹੀਂ ਦਿੱਤੀ ਉਹਨਾਂ ਨੇ। ਉਹਨੇ ਅਨਾਉਂਸਮੈਂਟ ਕਰ ਦਿੱਤੀ ਉਹਨੇ ਵੀ ਬੋਲਣਾ ਹੀ ਨਹੀਂ ਦੇਣਾ ਗੁਰੂ ਨਾਨਕ ਦੇਵ ਜੀ ਨੂੰ ਕਿਤੇ ਵੀ ਏਦਾਂ। ਹਾਂਜੀ ਵੀ ਸਮਾਜ ਚੋਂ ਛੇਕ ਦਿਓ ਇਹਨੂੰ, ਏਦਾਂ ਥੋੜੀ ਕੁਛ ਇਹ ਕਰਦੇ ਆ। ਇਹਦੇ ਨਾਲੋਂ ਤਾਂ ਬਿਹਤਰ ਹੈ ਜੇ ਅਸੀਂ ਇਦਾਂ ਕਹਿ ਦਈਏ ਵੀ ਅਸੀਂ ਹਿੰਦੂ ਹੀ ਆ, ਉਹਨਾਂ ਨਾਲੋਂ ਵੱਖਰੇ ਹੋ ਜਾਈਏ। ਫਿਰ ਇਹਨਾਂ ਨਾਲੋਂ ਤਾਂ ਸੌਖੇ ਰਹਾਂਗੇ ਅਸੀਂ। ਜਿੱਦਣ ਇਹਨਾਂ ਦਾ ਜੀ ਕਰਿਆ ਹਥਿਆਰ ਚੱਕ ਕੇ ਸਟੇਟ ਨਾਲ ਲੜ ਪਏ, ਜਿੱਦਣ ਜੀ ਕਰਿਆ ਗਦਾਰੀ ਕਰ ਦਿੱਤੀ। ਹੱਦ ਹੋ ਗਈ ਯਾਰ। ਸਾਡੇ ਲਈ ਸਾਨੂੰ ਤਾਂ ਇਹਨਾਂ ਕਿਸੇ ਗੱਲ ਦਾ ਜਵਾਬ ਹੀ ਨਹੀਂ ਮਿਲ ਰਿਹਾ ਵੀ ਯਾਰ ਦਰਬਾਰ ਸਾਹਿਬ ਸਾਡੇ ਲਈ ਸਾਡਾ ਮੱਕਾ ਕਦੋਂ ਬਣ ਗਿਆ। ਪੰਜਵੇਂ ਪਾਤਸ਼ਾਹ ਦੇ ਵੇਲੇ ਵੀ ਦਰਬਾਰ ਸਾਹਿਬ ਦੀ ਉਸਾਰੀ ਹੋ ਰਹੀ ਆ। ਹਾਂਜੀ ਹਾਂਜੀ। ਤੇ ਛੇਵੇਂ ਪਾਤਸ਼ਾਹ ਪੂਰਾ ਟਾਈਮ ਰਹੀ ਕੋਈ ਨਹੀਂ। ਇੱਕ ਵੀ ਕਿਸੇ ਗੁਰੂ ਸਾਹਿਬ ਦਾ ਜੀਵਨ ਦਾ ਪੂਰਾ ਕਾਲ ਜਿਹੜਾ ਆ ਉਹਨਾਂ ਚਿਰ ਦਰਬਾਰ ਸਾਹਿਬ ਕੇਂਦਰ ਨਹੀਂ ਰਿਹਾ, ਜਦ ਕਿ ਖਡੂਰ ਸਾਹਿਬ ਦੂਜੇ ਪਾਤਸ਼ਾਹ ਦੇ ਪੂਰੇ ਜੀਵਨ ਕਾਲ ਚ ਰਿਹਾ। ਹਾਂਜੀ। ਤੀਜੇ ਪਾਤਸ਼ਾਹ ਦੇ ਪੂਰੇ ਜੀਵਨ ਕਾਲ ਚ ਗੋਇੰਦਵਾਲ ਰਿਹਾ। ਹਾਂਜੀ। ਤਲਵੰਡੀ ਸਾਬੋ ਚ ਗੁਰੂ ਨਾਨਕ ਦੇਵ ਜੀ ਜਨਮਦੇ ਆ, ਕਰਤਾਰਪੁਰ ਨੂੰ ਹੱਥੀਂ ਵਸਾਉਂਦੇ ਆ। ਹਾਂਜੀ ਪਰ ਉਹ ਕੇਂਦਰ ਨਹੀਂ ਬਣੇ। ਦਰਬਾਰ ਸਾਹਿਬ ਕਿੱਦਾਂ ਬਣ ਗਿਆ? ਜਿਹੜੀ ਆਪਣਾ ਇਹ ਔਰਤ ਦੀਆਂ ਛਾਤੀਆਂ ਕੱਟਣ ਵਾਲੀ ਘਟਨਾ, ਇਹ ਵੀ ਦਰਬਾਰ ਸਾਹਿਬ ਦੇ ਵਿੱਚ ਹੋਈ ਹੈ। ਅਕਾਲ ਤਖਤ ਦੇ ਵਿੱਚ। ਠੀਕ ਆ। ਫਿਰ ਤਾਂ ਇਹਨਾਂ ਨੇ ਲੋਕਾਂ ਵਾਸਤੇ ਹੀ ਬਣਾਇਆ ਮਹਾਨ, ਤਾਂ ਇਹ ਆਪ ਤਾਂ ਇਹਨਾਂ ਨੂੰ ਪਤਾ ਵੀ ਕੁਛ ਨਹੀਂ ਗਾ ਉੱਥੇ। ਨਾਲੇ ਇਹ ਵੈਸੇ ਵੀ ਯਾਦਵਿੰਦਰ ਸਿੰਘ ਜਿਹੜੀ ਗੱਲ ਗੁਰਤੇਜ ਨੇ ਕਹੀ ਆ ਉਹ ਕੀ ਸਾਡੀਆਂ ਗੱਲਾਂ ਦਾ ਜਵਾਬ ਆ? ਉਹ ਜਿਹੜੇ ਸਵਾਲ ਕੀਤੇ ਉਹਨਾਂ ਦਾ ਤਾਂ ਕੋਈ ਵੀ ਨਹੀਂ ਉਸ ਬਾਰੇ ਤਾਂ ਗੱਲ ਕੀਤੀ। ਗੁੰਡਾਗਰਦੀ ਆ ਬਸ, ਵੀ ਤੁਸੀਂ ਬੋਲਣ ਨਾ ਦਿਓ ਕਿਤੇ ਇਹਨਾਂ ਨੂੰ ਬਸ। ਵੀ ਤੁਹਾਡਾ ਮਤਲਬ ਜਿੱਥੇ ਜ਼ਿਆਦਾ ਸਿੱਖ ਵਸਦੇ ਆ ਕਹਿੰਦਾ ਸਾਰੇ ਦੇਸ਼ਾਂ ਦੇ ਵਿੱਚ, ਉਹ ਆਪੋ ਆਪਣੇ ਭਾਈ ਦੇਖੋ ਤੁਹਾਡੀਆਂ ਲੱਤਾਂ ਕਿੰਨੀਆਂ ਕਪਾਰ ਚੱਲਦੀਆਂ, ਤੁਸੀਂ ਆਪੋ ਆਪਣੇ ਤੌਰ ਤੇ ਕਰੋ ਸਾਰੇ ਜਾਣੇ। ਇਹਨਾਂ ਨੂੰ ਬੋਲਣ ਦਿਓ ਕਿਤੇ ਵੀ ਜਿਹੜੇ ਬੰਦੇ ਇਹਦੇ ਨਾਲ ਸੰਬੰਧਿਤ। ਨਹੀਂ ਵਧੀਆ ਹੈ ਜੀ। ਉਹਨਾਂ ਨੇ ਆਪਣਾ ਹੋਣਾ ਦਿਖਾ ਦਿੱਤਾ। ਮੈਨੂੰ ਤਾਂ ਇਹ ਸੀ ਵੀ ਇਹ ਸ਼ਾਇਦ ਕਿਸੇ ਨਾ ਕਿਸੇ ਪੱਧਰ ਤੇ ਜਵਾਬ ਦੇਣਗੇ। ਹਾਂਜੀ ਹਾਂਜੀ। ਨਹੀਂ ਉਹ ਤਾਂ ਟਕਸਾਲੀ ਆ, ਉਹ ਵੀ ਜਿਵੇਂ ਕਰਦੇ ਹੁੰਦੇ ਉਵੇਂ ਕਰਦੇ। ਨਹੀਂ ਵਧੀਆ ਹੋ ਗਿਆ ਜੀ, ਬਹੁਤ ਸੋਹਣਾ ਹੋ ਗਿਆ, ਸੌਖਾ ਰਹੂਗਾ ਸਾਡੇ ਲਈ। ਚਲੋ ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਹੋਰ ਵੀ ਜਿੰਨਾ ਕੁਛ ਇਹ ਟਕਸਾਲੀਆਂ ਦੇ ਰਾਹੀਂ ਨਿਕਲਣਾ, ਠੀਕ ਹੈ ਜੀ। ਹੁਣ ਤੁਸੀਂ ਦੇਖੋ ਜਦੋਂ ਅਸੀਂ ਕਹਿੰਦੇ ਨਾ ਪਿਆ ਕੇ ਜਵਾਬ ਦੇਣ ਇਹ ਗੱਲਾਂ ਦੇ, ਉਹਦੇ ਵਿੱਚ ਇਹੀ ਪ੍ਰੋਬਲਮ ਆ। ਇਹ ਜਵਾਬ ਤਾਂ ਹੀ ਨਹੀਂ ਦੇ ਸਕਦੇ ਕਿਉਂਕਿ ਨਹੀਂ ਤਾਂ ਤੁਹਮਤਾਂ ਲਾਉਣੀਆਂ, ਫਤਵੇ ਦੇਣੇ ਆ। ਗੱਲ ਦਾ ਥੋੜੀ ਜਵਾਬ ਦੇਣਾ, ਵਿਚਾਰ ਤਾਂ ਕਰਨੀ ਨਹੀਂ। ਉਹ ਵਿਚਾਰ ਤੁਹਾਡੇ ਅੰਦਰ ਪਲਾਂਟ ਕਰਨ ਵਾਸਤੇ ਜਦੋਂ ਉਹਨਾਂ ਨੇ ਔਰਤ ਨੂੰ ਨਿੰਦਣਾ ਸੀ, ਔਰਤ ਨੂੰ ਨੀਵਾਂ ਦਿਖਾਉਣਾ ਸੀ, ਜਿਹਨੂੰ ਤ੍ਰਿਆ ਨਾ ਦੀਜੇ ਭੇਤ ਤਾਹੇ ਭੇਦ ਲੀਜੇ ਸਦਾ ਕਹਿਣਾ ਸੀ ਵੀ ਇਹਨੂੰ ਭੇਦ ਨਾ ਦਿਓ, ਇਹ ਤੋਂ ਭੇਦ ਲੈ ਲਿਓ। ਜਿਹਨੂੰ ਆਸਣ ਔਰ ਚੁੰਬਨ ਦੇਹੀ ਕਰਕੇ ਐਸੇ ਗੰਦੇ ਚਰਿੱਤਰ ਉਹਦੇ ਨਾਂ ਹੇਠ ਪ੍ਰਚਾਰਨੇ ਸਨ, ਔਰਤ ਨੂੰ ਦੋਸ਼ੀ ਬਣਾਉਣਾ ਸੀ। ਉੱਥੇ ਉਹਨੇ ਇੰਦਰ ਵਾਲੀ ਕਹਾਣੀ ਵੀ, ਲਿਖਣ ਵਾਲੇ ਨੇ, ਰਾਈਟਰ ਨੇ ਇੰਦਰ ਵਾਲੀ ਕਹਾਣੀ ਵੀ ਗੁਰਬਾਣੀ ਦੇ ਉਲਟ ਕਰਕੇ ਲਿਖੀ ਵੀ ਬਸ। ਜਾਨੀ ਆ ਫਿਲਾਸਫਰ ਆ ਸਾਡੇ, ਆ ਵਿਦਵਤਾ ਇਹਨਾਂ ਦੀ, ਜਿਹੜਾ ਬੀਤਿਆ ਆ ਨਾ ਉਹਦੇ ਉੱਤੇ ਫਿਲਾਸਫੀ ਘੁੱਟੀ ਜਾਂਦੇ ਆ। ਬਿਲਕੁਲ ਵੀ ਉਹ ਜੀ ਅਸਲ ਕਹਾਣੀ ਏਦਾਂ ਆ, ਗੁਰਬਾਣੀ ਨੇ ਉਹ ਕਹਾਣੀ ਏਦਾਂ ਲਿਖੀ ਆ, ਚਰਿੱਤਰ ਦੇ ਵਿੱਚ ਏਦਾਂ ਲਿਖ ਦਿੱਤੀ ਆ, ਉਹਦੇ ਰਾਹੀਂ ਆ ਹੋ ਗਿਆ, ਉਹਦੇ ਰਾਹੀਂ ਆ ਹੋ ਗਿਆ, ਹਨਾ। ਇਹਦੇ ਕਰਕੇ ਉੱਥੇ ਰੇਪ ਹੋਇਆ, ਜਿਹੜਾ ਅਸਫਾਦਾ ਹੋਇਆ। ਹੱਦ ਹੋ ਗਈ ਯਾਰ। ਸਾਹਮਣੇ ਕਿੰਨੀਆਂ ਬਲੂ ਮੂਵੀਆਂ ਅੱਜ ਸਮੇਂ ਦੇ ਅੰਦਰ ਨੈਟ ਦੇ ਉੱਤੇ ਕਿੰਨਾ ਸਮਾਨ ਪਿਆ ਜਿਹੜੇ ਉਕਸਾਹਟ ਪੈਦਾ ਕਰਦੇ ਆ। ਬਦਲੇ ਦੀ ਭਾਵਨਾ ਜਿਹੜੀ ਆ ਬੰਦੇ ਦੇ ਕਿੰਨੇ ਕਾਰਨ ਬਣਦੇ ਆ ਜਾਣੀ। ਠੀਕ ਹੈ, ਵੱਡੀ ਗੱਲ ਜਿਹੜੀ ਆ ਮੈਨੂੰ ਤਾਂ ਵਾਰ-ਵਾਰ ਲੱਗੀ ਜਾਂਦੀ ਆ ਵੀ ਜਿਹੜਾ ਇਹ ਗੱਲ ਗਾਹਾਂ ਤੋਂ ਗਾਹਾਂ ਕੱਲੀ ਆ ਤਾਂ ਦਿਸ ਪਿਆ ਸਾਨੂੰ ਰੇਪ ਦਾ। ਤਾਂ ਜਦੋਂ ਨਾ ਅਸੀਂ ਪੰਜਾਬੀਆਂ ਦਾ ਦੇਖਦੇ, ਹਿੰਦੂਆਂ ਦਾ ਸਿਸਟਮ ਸਾਡੇ ਨਾਲੋਂ ਤਾਂ ਕਾਫੀ ਵਧੀਆ, ਉਹਨਾਂ ਦੀ ਪਾਪੂਲੇਸ਼ਨ ਜ਼ਿਆਦੇ ਆ। ਠੀਕ ਹੈ, ਉਨੀ ਤਾਂ ਤੁਸੀਂ ਨਾ ਅੱਜ ਦੱਸਦਾ ਸੀ ਬਲਜਿੰਦਰ, ਨਹੀਂ ਚੰਚਲ ਗੱਲ ਕਰਦਾ ਸੀ ਭਈ ਅਮੀਰ ਖਾਨ ਮਹਾਭਾਰਤ ਨੂੰ ਡਾਇਰੈਕਟ ਕਰਨ ਲੱਗਾ। ਠੀਕ ਹੈ, ਅੰਬਾਨੀ ਪੈਸਾ ਲਾਉਣ ਲੱਗਾ। ਅੱਛਾ ਜੀ। 1000 ਕਰੋੜ ਠੀਕ ਹੈ ਬਜਟ ਬਜਟ ਰੱਖਿਆ ਉਹਨੇ।
ਠੀਕ ਹੈ ਜੀ। ਠੀਕ ਹੈ, ਹੁਣ ਜੇ ਨਾ ਐਸੇ ਤਰ੍ਹਾਂ ਚੱਲਦਾ ਰਿਹਾ, ਅੱਗੇ ਤਾਂ ਅਸੀਂ ਸੋਚਦੇ ਸੀ ਟਕਸਾਲੀਆਂ ਬਾਰੇ, ਜੇ ਐਸੇ ਤਰ੍ਹਾਂ ਚੱਲਦਾ ਰਿਹਾ ਤਾਂ ਸਾਡਾ ਜਾਗਰੂਕ ਲਹਿਰ ਵੀ ਆ ਜਿਹੜੀ ਸਾਡੀ, ਇਹ ਲਾਣਾ ਵੀ ਜਿਹੜਾ ਸਾਡਾ ਨਾ ਵੀ 200 ਸਾਲ ਤੱਕ ਹਾਂਜੀ ਜਿਹੜਾ ਹਿੰਦੂਆਂ ਦੇ ਬਾਰੇ ਜਿੰਨੀਆਂ ਮਿਥਿਹਾਸਕ ਕਹਾਣੀਆਂ ਆ ਹਾਂਜੀ ਉਹਦੇ ਬਾਰੇ ਤਾਂ ਇਹ ਹੋਣਾ ਆ ਵੀ ਉਹਨਾਂ ਨੇ ਆਪਣਾ ਸਾਰਾ ਕੁਝ ਜਿਹੜਾ ਨਾ ਉਹ ਰੈਕਟੀਫਾਈ ਕਰਕੇ, ਹਾਂਜੀ ਉਹਦੇ ਭਾਵ ਅਰਥ ਕਰਕੇ ਪ੍ਰੈਕਟੀਕਲੀ ਇੰਨੀ ਤਰੱਕੀ ਕਰ ਜਾਣੀ ਆ। ਉਹਨੇ ਕਹਿਣਾ ਵੀ ਇਹਦੇ ਆ ਅਰਥ ਆ, ਇਹਦੇ ਆ ਅਰਥ ਆ। ਠੀਕ ਹੈ, ਠੀਕ ਆ। ਵੀ ਜੇ ਹੁਣ ਗਣੇਸ਼ ਆ, ਗਣੇਸ਼ ਨੂੰ ਉਹ ਕਹਿਣਗੇ, ਉਹਦੀ ਵਿਆਖਿਆ ਕਰਨਗੇ ਵੀ ਦੇਖੋ ਜੀ ਵੀ ਇਹ ਪ੍ਰਤੀਕ ਆ ਇਸ ਗੱਲ ਦਾ ਵੀ ਜਿਹੜਾ ਰੱਬ ਆ ਨਾ, ਜਿਹੜਾ ਇੱਕ ਆ, ਜਿਹੜਾ ਸ੍ਰਿਸ਼ਟੀ ਬਣਾਉਣੇ ਵਾਲਾ ਆ, ਕਿਉਂਕਿ ਵੱਡਾ ਬਹੁਤ ਆ। ਹੁਣ ਜਦੋਂ ਵੱਡਾ ਆ, ਬੰਦੇ ਨੂੰ ਕੁਛ ਨਾ ਕੁਛ ਤਾਂ ਦਿਖਾਉਣਾ ਹੀ ਸੀ ਨਾ। ਵੀ ਸਦੀਆਂ ਦਾ ਸਾਡਾ ਸਭ ਤੋਂ ਪੁਰਾਣਾ ਧਰਮ ਆ। ਉਦੋਂ ਬੰਦਾ ਅਨਪੜ੍ਹ ਸੀਗਾ, ਉਹਨੂੰ ਸਮਝ ਕਿੱਥੇ ਆਉਂਦੀ ਸੀ। ਹੁਣ ਉਹਨੂੰ ਦਿਖਾਉਣਾ ਸੀ ਵੀ ਰੱਬ ਕਿੱਡਾ ਵੱਡਾ ਆ, ਤੇ ਉਹਦਾ ਨੱਕ ਜੇ ਆਮ ਬੰਦੇ ਜਿੱਡਾ ਹੁੰਦਾ ਫਿਰ ਥੋੜੀ ਅਸਰ ਹੁੰਦਾ ਉਹਦਾ, ਹਨਾ। ਵੀ ਹੁਣ ਜਿਹੜੀ ਰੱਬ ਨੂੰ ਮੰਨਣੇ ਵਾਲੀ ਜਿਹੜੀ ਦੇਵੀ ਆ, ਉਹਦੀਆਂ ਜੇ ਆਮ ਬੰਦੇ ਵਰਗੀ, ਔਰਤਾਂ ਵਰਗੀ ਕੋਈ ਬਾਂਹ ਹੁੰਦੀ, ਦੋ ਹੀ ਬਾਹਾਂ ਹੁੰਦੀਆਂ, ਫਿਰ ਕਿੱਦਾਂ ਅਸਰ ਹੁੰਦਾ। ਠੀਕ ਹੈ, ਮਤਲਬ ਇਦਾਂ ਕਰਕੇ ਉਹਨੇ ਕੰਮਾਂ ਦੇ ਰਾਹੀਂ ਪ੍ਰਗਟ ਕਰ ਦੇਣਾ ਦੁਨੀਆ ਨੂੰ ਵੀ ਅਸੀਂ ਕੀ ਆ। ਅੱਜ ਯੋਗਾ ਜਿਹੜੀਆਂ ਉਹਨਾਂ ਦੀਆਂ ਥਿਊਰੀਆਂ ਆ, ਉਹਨੇ ਪ੍ਰੈਕਟੀਕਲੀ ਕੰਪਨੀਆਂ ਬਣਾ ਕੇ ਉਹਦੇ ਫਾਇਦੇ ਦੱਸ ਕੇ ਸਾਰੀ ਦੁਨੀਆ 'ਚ ਪ੍ਰਚਾਰ ਕਰ ਦਿੱਤਾ। ਬਿਲਕੁਲ, ਅਸੀਂ ਨਗਰ ਕੀਰਤਨ ਕੱਢੀ ਜਾਂਦੇ ਆ ਕਿਰਪਾਨਾਂ ਲੈ ਕੇ। ਸਾਡੇ ਕੋਲੋਂ ਹੈ ਕੁਝ ਜਿਹੜਾ ਜਾਂਦਾ ਬਾਹਰ। ਅਸੀਂ ਕੋਈ ਚੀਜ਼ ਕਹਿਣ ਜੋਗੇ ਆ ਵੀ ਅਸੀਂ ਲੰਗਰ ਬਹੁਤ ਲਾਉਨੇ ਆ, ਲੰਗਰ ਬਹੁਤ ਲਾਉਨੇ। ਜਿਹੜੀ ਕੌਮ ਇਹ ਕਹਿੰਦੀ ਨਾ ਵੀ ਗਿਆਨ ਗੁਰੂ ਆ, ਉਹ ਦੁਨੀਆ ਨੂੰ ਕਹਿੰਦੀ ਆ ਸਾਡੇ ਕੋਲ ਆ ਕੇ ਖਾਓ। ਅਸੀਂ ਫ੍ਰੀ 'ਚ ਖਿਲਾਉਨੇ ਆ ਤੁਹਾਨੂੰ, ਖਾਓ। ਮਤਲਬ ਖਾਣਾ ਜਿਹੜਾ ਉਹ ਤਾਂ ਜਾਂਦਾ ਪੇਟ ਵਿੱਚ, ਜਦ ਕਿ ਲੋੜ ਜਿਹੜੀ ਆ ਉਹ ਜਿਹੜੀ ਗਿਆਨ ਨੂੰ ਗੁਰੂ ਕਹਿਣੇ ਵਾਲੀ ਕੌਮ ਆ, ਉਹ ਤਾਂ ਘੱਟੋ ਘੱਟ ਦਿਮਾਗ ਦੀ ਗੱਲ ਕਰੇ, ਗਿਆਨ ਦੀ ਗੱਲ ਕਰੇ, ਪਰ ਨਹੀਂ। ਬਿਲਕੁਲ ਸਹੀ ਗੱਲ। ਠੀਕ ਆ। ਹੁਣ ਉਹ ਕਦੋਂ ਜਾਣੀ ਇਹ ਜਿਸ ਹਿਸਾਬ ਨਾਲ ਇਹ ਚੱਲਿਓ ਆ, ਮੈਨੂੰ ਇਹ ਲੱਗਦਾ ਵੀ ਉਹ ਸਮਾਂ ਬਹੁਤੀ ਦੂਰ ਨਹੀਂ ਹੈਗਾ ਜੀ, ਵੀ ਜਦੋਂ ਉਹਨਾਂ ਨੇ ਤਰੱਕੀ ਕਰ ਜਾਣੀ ਆ ਤੇ ਸਾਡੇ ਧਰਮ ਦਾ ਜਿਹੜਾ ਸਾਰਾ ਕੁਛ ਆ, ਠੀਕ ਆ, ਜਿਹੜਾ ਉਹ ਬੇੜਾ ਗਰਕ ਕੇ ਜਾਣੀ। ਗੁਰੂ ਗ੍ਰੰਥ ਸਾਹਿਬ ਨੂੰ ਤਾਂ ਅੱਧਾ ਕੁ ਤਾਂ ਬੁੱਤ ਬਣ ਗਿਆ। ਠੀਕ ਆ। ਟਕਸਾਲੀਆਂ ਦਾ ਬਸ ਚੱਲਿਆ ਤੇ ਇਹ ਭਿੰਡਰਾਂ ਵਾਲਾ, ਗੁਰਬਚਨ ਸਿੰਘ, ਜਿੰਨੇ ਹੈਗੇ ਆ, ਉਹਨਾਂ ਦੇ ਬੁੱਤ ਬਣਾ ਕੇ ਇਹਨਾਂ ਨੇ ਸ਼ਰੀਰਾਂ ਵਾਂਗ ਉਹਨਾਂ ਦੀ ਪੂਜਾ ਕਰਾ ਦੇਣੀ। ਮੂਰਤੀਆਂ ਦੀ ਪੂਜਾ ਤਾਂ ਹੋ ਹੀ ਰਹੀ ਆ। ਠੀਕ ਆ। ਧੁੰਮੇ ਹੁਣੀ ਸਾਫ਼ ਕਹਿ ਰਹੇ ਆ ਵੀ ਸ਼੍ਰੀ ਚੰਦ ਵਰਗਿਆਂ ਨੂੰ, ਉਹਨਾਂ ਨੂੰ ਕਿਸੇ ਨੂੰ ਗਲਤ ਨਾ ਕਹੋ ਕੋਈ ਵੀ। ਠੀਕ ਆ। ਸਾਡੇ ਪ੍ਰਚਾਰਕ ਕਥਾਕਾਰ ਵੀ ਧੁੰਦੇ ਹੁਣੀ ਵੀ ਕਹਿ ਰਹੇ ਆ ਵੀ ਜਿਹੜੇ ਗੁਰੂ ਪੁੱਤਰ ਸ਼੍ਰੀ ਚੰਦ, ਲਖਮੀ ਦਾਸ, ਦਾਤੂ ਦਾਸੂ, ਮੋਹਨ ਮੋਰੀ, ਸਾਰੇ ਬਹੁਤ ਵਧੀਆ ਪ੍ਰਚਾਰਕ ਹੋਏ ਆ ਗੁਰੂ ਸਾਹਿਬ ਦੇ ਵੇਲੇ ਦੇ। ਠੀਕ ਆ। ਵੀ ਇਹਨਾਂ ਨੂੰ ਬਦਨਾਮ ਕੀਤਾ ਗਿਆ ਆ। ਠੀਕ ਆ। ਉਹ ਸਾਰੇ ਕੁਛ ਨੂੰ ਲਿਆ ਕੇ ਬੁੱਤ ਪ੍ਰਸਤੀ ਵਾਲੇ ਪਾਸੇ ਲਿਜਾ ਕੇ ਜਿੱਦਾਂ ਗੁਰਬਾਣੀ ਦੇ ਅਰਥ ਕਰ ਰਹੇ ਆ, ਉਹਨੇ ਆਪਣੇ ਆਪੇ ਸਾਨੂੰ ਥੱਲੇ ਕਰਾਉਣਾ ਆ। ਇਸ ਕਰਕੇ ਸਾਡੇ ਲਈ ਬਿਹਤਰ ਭਾਈ ਇਹ ਆ, ਜਿਹੜੇ ਵੀ ਦੇਖੋ, ਇੱਕ ਗੱਲ ਤਾਂ ਜਿਹੜੀ ਮੈਂ ਸ਼ੁਰੂ ਚ ਕੀਤੀ ਸੀ, ਬੇਨਤੀ ਆ ਜਿਹੜੇ ਵੀਰ ਅਪਗ੍ਰੇਡ ਕਹਾਉਂਦੇ ਆ, ਜਿਹੜੇ ਆਪਣੇ ਆਪ ਨੂੰ ਕਹਿੰਦੇ ਪਏ ਅਸੀਂ ਤਰੱਕੀ ਕਰਨੀ ਆ, ਉਹਨਾਂ ਨੂੰ ਬੇਨਤੀ ਆ ਵੀ ਇੱਕ ਤਾਂ ਇਹ ਖੇਡ ਨੂੰ ਸੌਖੀ ਨਾ ਸਮਝਿਓ, ਦੂਜੀ ਇਹ ਨਾ ਸੋਚੋ ਵੀ ਸਾਰੀ ਦੁਨੀਆ ਨੂੰ ਬਦਲ ਦੇਣਾ ਆ। ਕੋਈ ਵੀ ਬੰਦਾ ਕਿਸੇ ਦੇ ਕੋਲ ਜਾ ਕੇ ਨਾ ਜਵਾਬ, ਗੁੱਸਾ ਆਉਂਦਾ ਗੁੱਸੇ ਨੂੰ ਪੀਓ, ਕਾਬੂ ਕਰੋ, ਕਿਉਂਕਿ ਸਾਡਾ ਮਕਸਦ ਇੱਥੇ ਜਦੋਂ ਨਾ ਤੁਸੀਂ ਜਿਹੜੇ ਬੰਦੇ ਇੱਕ ਪਾਸੇ ਕਹੀ ਜਾਂਦੇ ਆ ਵੀ ਅਸੀਂ ਨਾਲ ਆ, ਅਸੀਂ ਨਾਲ ਆ, ਅਸੀਂ ਨਾਲ ਆ, ਦੂਜੇ ਪਾਸੇ ਉਹ ਕੀ ਕਰਦੇ ਆ, ਫਟਾਫਟ ਜਾ ਕੇ ਸਟ੍ਰੈਟਜੀ ਬਣਾ ਰਹੇ ਆ ਮੂਹਰੇ ਹੋ ਕੇ। ਉੱਥੇ ਸਾਨੂੰ ਬਹੁਤ ਵੱਡੀ ਪ੍ਰੋਬਲਮ ਆਉਂਦੀ ਆ। ਠੀਕ ਹੈ ਜੀ। ਜਿਹੜੀ ਇੱਥੋਂ ਮੈਂ ਗੱਲ ਕਹੀ ਆ, ਮੰਨ ਲਓ ਹੁਣ ਮੇਰੀ ਗੱਲ ਕਹਿਣ ਦਾ ਕੋਈ ਨਾ ਕੋਈ ਕਾਰਨ ਹੋ ਸਕਦਾ ਵੀ ਮੈਂ ਗੁੱਸਾ ਦਵਾਉਣਾ ਆ, ਗੁੱਸਾ ਦਵਾ ਕੇ ਇਸ ਪੱਧਰ ਤੇ ਜਾ ਕੇ ਇੱਥੇ ਜਾ ਕੇ ਉਹਨਾਂ ਦੀ ਗੱਲ ਸੁਣ ਲੈਣੀ ਆ। ਸੁਣ ਕੇ ਹੋ ਸਕਦਾ ਕੋਈ ਸਮਝੌਤਾ ਕਰਨ ਦੇ ਲਈ, ਹੋ ਸਕਦਾ ਕੋਈ ਮਾਹੌਲ ਉਦਾਂ ਦਾ ਪੈਦਾ ਕਰੀਏ, ਹੋ ਸਕਦਾ ਕੋਈ ਉਹਨਾਂ ਨੂੰ ਇਦਾਂ ਦੀ ਥ੍ਰੈਟ ਮਿਲੇ ਵੀ ਉਹਨਾਂ ਨੂੰ ਲੱਗੇ ਵੀ ਸਾਡਾ ਨੁਕਸਾਨ ਹੋ ਜਾਣਾ, ਜਿਹਦੇ ਵਿੱਚ ਉਹ ਗੱਲਬਾਤ ਲਈ ਤਿਆਰ ਹੋਣ। ਠੀਕ ਹੈ। ਹੋ ਸਕਦਾ ਅਸੀਂ ਕੋਈ ਕੁਛ ਵੀ ਕੱਢੀਏ ਉਹਦੇ ਵਿੱਚੋਂ। ਠੀਕ ਹੈ। ਹੁਣ ਗੱਲ ਕੀ ਆ, ਜਦੋਂ ਬੰਦੇ ਸਾਡੇ ਥੱਲੜੇ ਪੱਧਰ ਤੇ ਜਾ ਕੇ ਉਹ ਲੜਾਈ ਨੂੰ ਆਪਣੇ ਪਾਸੇ ਨੂੰ ਲੈ ਜਾਂਦੇ ਜੋ ਨਾ, ਜਾਂ ਫਿਰ ਉਲਟਾ ਮੈਨੂੰ ਮੈਸੇਜ ਭਾਜੀ ਇਹਦੇ ਬਾਰੇ ਵੀ ਥੋੜਾ ਜਿਹਾ ਬੋਲੋ, ਇਹਦੇ ਬਾਰੇ ਵੀ ਬੋਲੋ। ਹੁਣ ਜਿੰਨੀ ਗੱਲ ਬੋਲ ਦਿੱਤੀ ਗਈ ਆ ਉਹਦਾ ਕੋਈ ਕਾਰਨ ਆ, ਜਿਹੜੀ ਨਹੀਂ ਬੋਲੀ ਗਈ ਉਹਦਾ ਵੀ ਕੋਈ ਕਾਰਨ ਆ। ਠੀਕ ਹੈ। ਹੁਣ ਜੇ ਅਸੀਂ ਇੱਥੋਂ ਉਸ ਜਿੱਥੇ ਤੁਸੀਂ ਸੋਚਦੇ ਆ, ਜੇ ਅਸੀਂ ਵੀ ਉਦਾਂ ਹੀ ਸੋਚਾਂਗੇ ਫਿਰ ਤਾਂ ਤੁਹਾਡੇ ਵਾਂਗੇ ਵਿਚਰਾਂਗੇ ਅਸੀਂ। ਇਸ ਕਰਕੇ ਦੋ ਰਾਹ ਆ ਸਾਰਿਆਂ ਦੇ ਕੋਲ, ਜਾਂ ਤਾਂ ਚੁੱਪ ਕਰਕੇ ਸਾਡੇ ਤੇ ਭਰੋਸਾ ਕਰੋ, ਨਹੀਂ ਤਾਂ
ਡੰਕੇ ਦੀ ਚੋਟ ਦੇ ਨਾਲ ਢੋਲ ਲੈ ਕੇ ਜੋ ਮਰਜ਼ੀ ਕਰਕੇ ਆਪਣਾ ਵੱਖਰਾ ਕਰੋ ਜੋ ਕਰਨਾ। ਜਦੋਂ ਗੱਲ ਉਦਾਂ ਤੁਸੀਂ ਕਹਿ ਰਹੇ ਵੀ ਅਸੀਂ ਨਾਲ ਆ, ਪਰ ਸਟ੍ਰੈਟਜੀ ਪਲੈਨਿੰਗ ਜਿਹੜੀ ਆ ਉਹ ਸਾਰੀ ਤੁਸੀਂ ਆਪਣੀ ਲਾਗੂ ਕਰਨੀ ਚਾਹੁੰਦੇ ਆ, ਉਦੋਂ ਸਾਡੇ ਕੋਲੇ ਆਪਸ਼ਨ ਨਹੀਂ ਹੋਣੀ ਵੀ ਅਸੀਂ ਹਰ ਇੱਕ ਨੂੰ ਇਸ ਗੱਲੋਂ ਬਚਾਉਂਦੇ ਰਹੀਏ। ਅਸੀਂ ਕਹੀਏ ਵੀ ਹਾਂ ਹੁਣ ਇਸ ਬੰਦੇ ਨੇ ਸਟੈਂਡ ਲੈ ਲਿਆ ਆ, ਅਸੀਂ ਇਹਦੀ ਖਾਤਰ ਇੱਧਰ ਨੂੰ ਤੁਰੀਏ, ਹੁਣ ਇਹਨੇ ਲੜਾਈ ਮੁੱਲ ਲੈ ਲਈ, ਅਸੀਂ ਇਹਦੀ ਖਾਤਰ ਇੱਧਰ ਨੂੰ ਤੁਰੀਏ। ਠੀਕ ਹੈ, ਜਿੰਨੀ ਗੱਲ ਅਸੀਂ ਕਹੀ ਆ ਮੈਂ ਉਹ ਤੋਂ ਵੱਧ ਨਹੀਂ ਕਹਿਣੀ, ਉਹਦਾ ਕਾਰਨ ਆ ਕੋਈ। ਜਦੋਂ ਅਗਲੇ ਸਟੈਪ ਤੇ ਪਹੁੰਚਾਂਗੇ ਫਿਰ ਗਾਹਾਂ ਦੀ ਗੱਲ ਕਹਾਂਗੇ। ਹਾਂਜੀ, ਜਿਸ ਬੰਦੇ ਨੇ ਅੱਗੇ ਤੋਂ ਅਸੀਂ ਮੈਂ ਅਨਫ੍ਰੈਂਡ ਮੈਂ ਕਰਨੇ ਆ ਬੰਦੇ, ਮੈਂ ਬਲੌਕ ਕਰਨੇ ਆ, ਠੀਕ ਹੈ, ਉਹਦੇ ਚ એનર્ਜੀ ਵੇਸਟ ਹੁੰਦੀ ਆ। ਮਿਹਰਬਾਨੀ ਕਰਕੇ ਆਪਣੇ ਨਾਂ ਥਲੇ ਤੁਹਾਡੀਆਂ ਲਿਖੀਆਂ ਪੋਸਟਾਂ ਵੀ ਅਸੀਂ ਸ਼ੇਅਰ ਕਰਦੇ ਆ, ਠੀਕ ਹੈ, ਵੀ ਉਹ ਜਿੰਨਾ ਵੀ ਹੈਗਾ ਆਪਾਂ ਇਕੱਠੇ, ਅਜੇ ਕੋਈ ਸੰਸਥਾ ਨਹੀਂ ਬਣਨੇ ਵਾਲੀ ਗੱਲ ਹੋਈ। ਇਸੇ ਕਰਕੇ ਕੋਈ ਵੀ ਕਾਰਜ ਹੁੰਦਾ ਆ ਉਹਨੂੰ ਮੈਂ ਇਹ ਵੀ ਕਿਹਾ ਸੀ ਇੱਥੇ ਤੋਂ, ਮੈਂ ਕਿਹਾ ਜ਼ਬਾਨ ਸੜ ਜਾਏ ਮੇਰੀ ਜੇ ਮੈਂ ਆਪਣੀ ਜ਼ਬਾਨ ਤੋਂ ਅਸੀਂ ਕਿਸੇ ਕਾਰਜ ਲਈ ਕਿਸੇ ਤੋਂ 1 ਸੈਂਟ ਵੀ ਮੰਗੀਏ। ਉਹਦਾ ਕਾਰਨ ਇਹ ਸੀ ਵੀ ਅਸੀਂ ਜਿਹੜੇ ਕੰਮ ਕਰਨੇ ਅਸੀਂ ਆਪੇ ਕਰਾਂਗੇ। ਤੁਹਾਡੇ ਲਈ ਇੰਨਾ ਬਹੁਤ ਆ ਵੀ ਤੁਸੀਂ ਸੁਣਦੇ ਆ, ਧੰਨਵਾਦ ਤੁਹਾਡਾ। ਸੁਣ ਕੇ ਉਹਨਾਂ ਨੂੰ ਜੇ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਆ ਤੇ ਉਹਨੂੰ ਇਸ ਤਰੀਕੇ ਨਾਲ ਕਰੋ, ਉੱਥੇ ਕਰੋ ਜਿੱਥੇ ਤੁਹਾਡੀ ਪਹੁੰਚ ਆ। ਜੇ ਕਮੈਂਟ ਕਰਨਾ ਚਾਹੁੰਦੇ ਆ ਉੱਥੇ ਕਰੋ ਜਿੱਥੇ ਤੁਹਾਡਾ ਕੰਟਰੋਲ ਆ। ਪੰਗਾ ਉਦੋਂ ਪੈਂਦਾ ਜਦੋਂ ਤੁਸੀਂ ਏਦਾਂ ਦੀ ਜਗ੍ਹਾ ਜਾ ਕੇ ਕਮੈਂਟ ਕਰ ਦਿੰਦੇ ਆ ਜਿੱਥੋਂ ਮੁੜ ਕੇ ਹੋਰ ਜਿਹੜਾ ਗਾਹਾਂ ਦੀ ਵੱਡੀ ਪ੍ਰੋਬਲਮ ਬਣ ਜਾਂਦੀ ਆ। ਉਹਨੂੰ ਫਿਰ ਸਾਨੂੰ ਨਜਿੱਠਣਾ ਜਿਹੜਾ ਆਪਣੇ ਆਪ ਦੇ ਵਿੱਚ ਔਖਾ ਹੋ ਜਾਂਦਾ। ਸਾਡੇ ਲਈ ਵੀ ਉਹ ਇਸ ਗੱਲੋਂ ਵੀ ਸਾਡੇ ਲਈ ਹਾਰਡ ਹੋ ਜਾਂਦਾ ਵੀ ਉਹਦੇ ਤੇ ਅਸੀਂ ਪੈਂਤੜਾ ਕੀ ਲਈਏ, ਹੁਣ ਅੱਗੇ ਨੂੰ ਵਧੀਏ ਜਾਂ ਪਿੱਛੇ ਨੂੰ ਮੁੜੀਏ। ਠੀਕ ਹੈ ਜੀ, ਧੰਨਵਾਦ। ਆਪਾਂ ਸਮਾਂ ਆਪਣਾ ਹੋ ਗਿਆ ਆ, ਠੀਕ 5 ਵਜੇ ਆ। ਉਹ ਜਿਹੜੀ ਬਾਕੀ ਦੇ ਪ੍ਰੋਗਰਾਮ ਹੈ ਉਹ ਚ ਆਪਾਂ ਵੱਧ ਘੱਟ ਵੀ ਕਰ ਲਈਦਾ ਕੁਛ, ਪਰ ਐਤਵਾਰ ਵਾਲੇ ਚ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੁੰਦੀ। ਉਹਦਾ ਕਾਰਨ ਇਹ ਆ ਵੀ 5 ਵਜੇ ਪ੍ਰੋਗਰਾਮ ਦਾ ਰਿਪੀਟ ਚੱਲ ਪੈਣਾ ਹੁੰਦਾ ਆ। ਜਿਹੜਾ ਪ੍ਰੋਗਰਾਮ ਹੋ ਕੇ ਹਟਿਆ ਹੁਣ 4 ਘੰਟੇ ਲਗਾਤਾਰ ਦੁਬਾਰਾ ਜਿਹਨਾਂ ਨੇ ਨਹੀਂ ਸੁਣਿਆ ਉਹ ਸੁਣ ਸਕਦੇ ਆ। ਤੇ ਉਹ ਤੋਂ ਬਾਅਦ ਨਿਊਜ਼ੀਲੈਂਡ ਦੇ ਸਮੇਂ ਨਾਲ ਹੁਣ ਤੋਂ 5 ਘੰਟੇ ਬਾਅਦ 10 ਵਜੇ ਰਾਤ ਨੂੰ ਦੁਬਾਰਾ ਫਿਰ ਸ਼ੁਰੂ ਹੋ ਜਾਊਗਾ। ਤੇ ਮੰਗਲਵਾਰ ਪ੍ਰੋਗਰਾਮ ਸਾਂਝ ਵਿਚਾਰਾਂ ਦੀ ਤੇ ਬੁੱਧਵਾਰ ਆਪਾਂ ਮਿਲਾਂਗੇ ਤੁਹਾਨੂੰ ਸ਼ਾਮ 6 ਤੋਂ 9 ਵਜੇ ਤੱਕ ਪ੍ਰੋਗਰਾਮ ਸਿੱਖ ਪਾਤਸ਼ਾਹੀ ਵਿੱਚ। ਤੇ ਉਨਾ ਚਿਰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।